ਸ੍ਰੀ ਵਾਹਿਗੁਰੂ ਸਾਹਿਬ ਜੀਓ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸ਼੍ਰੀ ਰਾਗ ਮਹੱਲਾ ਪੰਜਵਾਂ। ਦੁਕ੍ਰਿਤ ਸੁਕ੍ਰਿਤ ਮੰਦੇ ਸੰਸਾਰ ਸਗਲਾਣਾ। ਦੋਹੂੰ ਤੇ ਰਹਿਤ ਭਗਤ ਹੈ ਕੋਈ ਵਿਰਲਾ ਜਾਣਾ। ਠਾਕੁਰ ਸਰਬੇ ਸਮਾਣਾ ਕਿਆ ਕਹੋ ਸੁਣੋ ਸੁਆਮੀ ਤੂੰ ਵੱਡ ਪੁਰਖ ਸੁਜਾਣਾ। ਰਹਾਉ ਮਾਨ ਅਭਿਮਾਨ ਮੰਦੇ ਸੋ ਸੇਵਕ ਨਾਹੀਂ। ਤਤ ਸਮਦਰਸ਼ੀ ਸੰਤੋ ਕੋਈ ਕੋਟ ਮੰਦਾਹੀ। ਕਹਿਣ ਕਹਾਵਣ ਇਹੋ ਕੀਰਤ ਕਰਲਾ। ਕਥਨ ਕਹਿਣ ਤੇ ਮੁਕਤਾ ਗੁਰਮੁਖ ਕੋਈ ਵਿਰਲਾ। ਗਤ ਅਵਗਤ ਕਛ ਨਦਰ ਨ ਆਇਆ। ਸੰਤਨ ਕੀ ਰੇਣ ਨਾਨਕ ਦਾਨ ਪਾਇਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਚਬਰ ਛਤਰ ਤਖਤ ਦੇ ਮਾਲਕ ਹਾਜ਼ਰਾ ਹਜ਼ੂਰ ਸਾਹਿਬ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਕੋਟਾਨ ਕੋਟਾਨ ਰਹਿਮਤ ਹੈ। ਅਕਾਲ ਪੁਰਖ ਵਾਹਿਗੁਰੂ ਜੀ ਦੀ ਬਖਸ਼ਿਸ਼ ਦੇ ਸਦਕਾ ਰੋਜ਼ਾਨਾ ਹੀ ਫੇਸਬੁੱਕ ਲਾਈਵ ਆਡੀਓ ਦੇ ਮਾਧਿਅਮ ਦੇ ਰਾਹੀਂ ਤੇ ਗਲੋਬਲ ਗੁਰਬਾਣੀ ਵਿਚਾਰ WhatsApp ਗਰੁੱਪ ਦੇ ਰਾਹੀਂ ਲੜੀਵਾਰ ਕਥਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਚੱਲ ਰਹੀ ਹੈ। ਸ਼੍ਰੀ ਰਾਗ ਚੱਲ ਰਿਹਾ ਹੈ, ਜਿਸ ਵਿੱਚ ਕੱਲ ਤੱਕ ਸ਼੍ਰੀ ਰਾਗ ਦੇ 95 ਨੰਬਰ 95 ਨੰਬਰ ਸ਼ਬਦ ਤੱਕ ਵਿਚਾਰ ਕਰ ਚੁੱਕੇ ਸਾਂ। ਅੱਜ ਜਿਹੜਾ ਸ਼ਬਦ ਆਪ ਜੀ ਨੇ ਹੁਣੇ ਸਰਵਣ ਕੀਤਾ ਹੈ, ਇਹ 96 ਨੰਬਰ ਸ਼ਬਦ ਹੈ। ਸ਼੍ਰੀ ਰਾਗ ਦੇ ਵਿੱਚੋਂ 96 ਨੰਬਰ ਸ਼ਬਦ ਹੈ। ਸਾਹਿਬੇ ਕਮਾਲ ਸ਼ਹੀਦਾਂ ਦੇ ਸਰਤਾਜ ਬਾਣੀ ਕੇ ਬੋਹਿਤ ਪੰਜਵੇਂ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਪਾਵਨ ਰਸਨਾ ਤੋਂ ਮੁਖਾਰਬਿੰਦ ਤੋਂ ਉਚਾਰਨ ਹੋਇਆ ਪਾਵਨ ਸ਼ਬਦ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪੰਨਾ ਅੱਜ ਦੇ ਪਾਵਨ ਸ਼ਬਦ ਨਾਲ ਜੁੜੀਏ। ਸਤਿਗੁਰੂ ਜੀ ਨੇ ਰਹਾਉ ਦੀਆਂ ਪੰਕਤੀਆਂ ਦੇ ਵਿੱਚ ਸ਼ਬਦ ਦਾ ਕੇਂਦਰੀ ਭਾਵ ਰੱਖਿਆ ਹੈ। ਰਹਾਉ ਦੀਆਂ ਪੰਕਤੀਆਂ ਤੋਂ ਹੀ ਵਿਚਾਰ ਪ੍ਰਾਰੰਭ ਕਰਾਂਗੇ। ਸਾਹਿਬ ਜੀ ਕਿਰਪਾ ਕਰ ਰਹੇ ਨੇ। ਠਾਕੁਰ ਸਰਬੇ ਸਮਾਣਾ ਕਿਆ ਕਹੋ ਸੁਣੋ ਸੁਆਮੀ ਤੂੰ ਵੱਡ ਪੁਰਖ ਸੁਜਾਣਾ। ਠਾਕੁਰ ਦਾ ਅਰਥ ਹੈ ਪਾਲਣ ਵਾਲਾ ਪਰਮਾਤਮਾ ਵਾਹਿਗੁਰੂ। ਕਿਉਂਕਿ ਸੰਸਾਰ ਦੇ ਵਿੱਚ ਧੰਨ ਗੁਰੂ ਨਾਨਕ ਸਾਹਿਬ ਜੀ ਦੀ ਆਮਦ ਤੋਂ ਪਹਿਲਾਂ ਠਾਕੁਰ ਸ਼ਬਦ ਪੱਥਰਾਂ ਦੀ ਮੂਰਤੀ ਦੇ ਨਾਲ ਜੋੜਿਆ ਜਾਂਦਾ ਸੀ ਕਿ ਠਾਕੁਰ ਦੀ ਪੂਜਾ ਕਰਨੀ ਹੈ। ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਜਿਤਨੇ ਵੀ ਸ਼ਬਦ ਦੁਨਿਆਵੀ ਜਾਂ ਧਾਰਮਿਕ ਲੋਕਾਂ ਨੇ ਸੰਸਾਰੀ ਮਹਾਨਤਾ ਨੂੰ ਰੱਖਦਿਆਂ ਹੋਇਆਂ ਇਹਨਾਂ ਲੋਕਾਂ ਨੂੰ ਗੁੰਮਰਾਹ ਕਰਦਿਆਂ ਪੱਥਰਾਂ ਦੀਆਂ ਮੂਰਤੀਆਂ ਦੇ ਨਾਲ ਜੋੜੇ ਸਨ। ਸਤਿਗੁਰੂ ਜੀ ਨੇ ਕਿਹਾ ਵੀ ਨਾਮ ਤੇ ਠੀਕ ਹੈ, ਪਰ ਤੁਸੀਂ ਗਲਤ ਰੱਖੇ ਨੇ। ਇਹ ਨਾਮ ਕਿਸੇ ਮੂਰਤੀ ਦੇ ਪੱਥਰ ਦੇ ਨਹੀਂ ਹੋ ਸਕਦੇ।
ਇਹ ਨਾਮ ਕੇਵਲ ਤਾਂ ਕੇਵਲ ਇੱਕ ਅਕਾਲ ਪੁਰਖ ਦੇ ਨੇ। ਇਹ ਅਧਿਕਾਰ ਕੇਵਲ ਇੱਕ ਅਕਾਲ ਪੁਰਖ ਨੂੰ ਹੈ, ਹੋਰ ਕਿਸੇ ਦੇਵੀ ਦੇਵਤੇ ਨੂੰ ਨਹੀਂ। ਇਸੇ ਕਰਕੇ ਸਤਿਗੁਰੂ ਜੀ ਨੇ ਠਾਕੁਰ ਸ਼ਬਦ, ਹਰ ਸ਼ਬਦ, ਨਾਰਾਇਣ ਸ਼ਬਦ, ਕ੍ਰਿਸ਼ਨ ਸ਼ਬਦ, ਰਾਮ ਸ਼ਬਦ, ਸਾਰੇ ਦੇ ਸਾਰੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ ਅਕਾਲ ਪੁਰਖ ਵਾਹਿਗੁਰੂ ਦੇ ਪ੍ਰਥਾਏ ਉਚਾਰਨ ਕੀਤੇ, ਤਾਂ ਕਿ ਮਨੁੱਖ ਦੀ ਜੀਵਨ ਦੇ ਵਿੱਚ ਅਕਾਲ ਪੁਰਖ ਨਾਲ ਸਾਂਝ ਬਣੇ ਤੇ ਬੜੀ ਦ੍ਰਿੜਤਾ ਦੇ ਨਾਲ ਇੱਕ ਓੰਕਾਰ ਤੋਂ ਲੈ ਕੇ ਸਮੁੱਚੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ ਇਹ ਗੱਲ ਸਮਝਾਈ ਕਿ ਪ੍ਰਮਾਤਮਾ ਕੇਵਲ ਇੱਕ ਹੀ ਹੈ। ਉਹਦੇ ਨਾਮ ਵੱਖਰੇ ਵੱਖਰੇ ਤੁਸੀਂ ਰੱਖੇ ਹੋਣਗੇ, ਉਹਦੇ ਗੁਣਾਂ ਨੂੰ ਵੇਖ ਕੇ ਉਹਦੇ ਨਾਮ ਨੇ, ਪਰ ਉਹਦੇ ਵਿੱਚ ਇਹ ਨਹੀਂ ਕਿ ਉਹ ਹਿੰਦੂਆਂ ਦਾ ਕੋਈ ਹੋਰ ਹੈ, ਮੁਸਲਮਾਨ ਦਾ ਕੋਈ ਹੋਰ ਹੈ, ਸਿੱਖ ਦਾ ਕੋਈ ਹੋਰ ਰੱਬ ਹੈ ਜਾਂ ਈਸਾਈ ਦਾ ਕੋਈ ਹੋਰ ਰੱਬ ਹੈ। ਸਤਿਗੁਰੂ ਕਹਿੰਦੇ ਰੱਬ ਇੱਕ ਹੀ ਹੈ। ਉਹਦੇ ਨਾਮ ਉਹਦੀਆਂ ਭਾਸ਼ਾਵਾਂ ਦੇ ਮੁਤਾਬਕ ਰੱਖੇ ਗਏ ਨੇ। ਇਵੇਂ ਉਹਨਾਂ ਦੇ ਵਿੱਚੋਂ ਸ਼ਬਦ ਹੈ ਠਾਕੁਰ। ਗੁਰਬਾਣੀ ਵਿੱਚ ਠਾਕੁਰ ਦੇ ਅਰਥ ਨੇ ਪਾਲਣਹਾਰ, ਪਾਲਣਾ ਕਰਨ ਵਾਲਾ, ਪ੍ਰਤਿਪਾਲਣਾ ਕਰਨ ਵਾਲਾ, ਜੋ ਜੀਵਨ ਦੇ ਕੇ ਪਾਲਦਾ ਹੈ। ਸਰਬੇ ਦਾ ਅਰਥ ਹੈ ਸਭ ਜੀਵਾਂ ਦੇ ਵਿੱਚ। ਸਮਾਣਾ ਦਾ ਅਰਥ ਹੈ ਸਮਾਇਆ ਹੋਇਆ ਹੈ। ਸਮੁੱਚੀ ਪੰਕਤੀ ਦੇ ਅਰਥ ਨੇ ਹੇ ਸਵਾਸਾਂ ਦੇ ਮਾਲਕ ਪ੍ਰਮਾਤਮਾ ਪ੍ਰੀਤਮ ਵਾਹਿਗੁਰੂ ਪਾਲਣਹਾਰ ਨਿਰੰਕਾਰ ਜੀ, ਠਾਕੁਰ ਸਰਬੇ ਸਮਾਣਾ ਖਿਮਾ ਕਰਨਾ, ਤੂੰ ਸਾਰਿਆਂ ਜੀਵਾਂ ਦੇ ਵਿੱਚ ਸਮਾਇਆ ਹੋਇਆ ਹੈ ਤੇ ਸਾਰਿਆਂ ਦੀ ਤੂੰ ਪ੍ਰਤਿਪਾਲਣਾ ਕਰਦਾ ਹੈ, ਸਾਰਿਆਂ ਨੂੰ ਤੂੰ ਪਾਲ ਰਿਹਾ ਹੈ। ਐਡਾ ਵੱਡਾ ਬਾਪ ਹੈ ਉਹ ਸਾਰਿਆਂ ਦੀ ਪ੍ਰਤਿਪਾਲਣਾ ਕਰਦਾ ਹੈ। ਬਾਪ ਦਾ ਸੁਭਾਅ ਕੀ ਹੈ? ਆਪਣੇ ਬੱਚਿਆਂ ਦੀ ਪਰਵਰਿਸ਼ ਕਰਨਾ। ਇਸੇ ਕਰਕੇ ਗੁਰਬਾਣੀ ਦੇ ਵਿੱਚ ਬਾਰ-ਬਾਰ ਇਹ ਗੱਲ ਸਮਝਾਈ ਗਈ ਹੈ, ਹੇ ਵਾਹਿਗੁਰੂ ਜੀ, ਤੂੰ ਹੀ ਮੇਰੇ ਵਾਸਤੇ ਠਾਕੁਰ ਹੈ, ਤੂੰ ਹੀ ਮੇਰੇ ਵਾਸਤੇ ਪਿਤਾ ਹੈ, ਤੂੰ ਹੀ ਮੇਰੇ ਵਾਸਤੇ ਮਾਤਾ ਹੈ, ਤੂੰ ਹੀ ਮੇਰੇ ਵਾਸਤੇ ਭਰਾ ਹੈ, ਤੂੰ ਹੀ ਮੇਰੇ ਵਾਸਤੇ ਮਿੱਤਰ ਹੈ। ਤੂੰ ਮੇਰਾ ਮਾਤਾ, ਤੂੰ ਮੇਰਾ ਪਿਤਾ, ਤੂੰ ਮੇਰਾ ਬੰਧਪ, ਤੂੰ ਹੈ ਮੇਰਾ ਭਰਾਤਾ, ਤੂੰ ਮੇਰਾ ਰਾਖਾ ਸਭਨੀ ਥਾਈ, ਤਾਂ ਭਉ ਕੇਹਾ ਕਾੜਾ ਜੀਓ। ਤੂੰ ਹੀ ਮੇਰਾ ਸਭ ਕੁਝ ਹੈ, ਤੂੰ ਹੀ ਮੇਰਾ ਸਹਾਰਾ ਹੈ, ਤੂੰ ਹੀ ਮੈਨੂੰ ਪਾਲਣ ਵਾਲਾ ਹੈ, ਫਿਰ ਮੈਨੂੰ ਕਿਸੇ ਹੋਰ ਦੇ ਉੱਪਰ ਆਸ ਰੱਖਣ ਦੀ ਲੋੜ ਹੀ ਨਹੀਂ। ਤੋ ਸਾਹਿਬ ਜੀ ਰਹਾਉ ਦੀਆਂ ਪੰਕਤੀਆਂ 'ਚ ਕਿਰਪਾ ਕਰ ਰਹੇ ਨੇ, ਠਾਕੁਰ ਸਰਬੇ ਸਮਾਣਾ, ਹੇ ਸਵਾਸਾਂ ਦੇ ਮਾਲਕ, ਹੇ ਸੁਆਮੀ ਪਾਲਣਹਾਰ ਪ੍ਰਮਾਤਮਾ ਜੀ, ਤੂੰ ਸਾਰਿਆਂ ਦੇ ਵਿੱਚ ਸਮਾਇਆ ਹੋਇਆ ਹੈ ਤੇ ਸਾਰਿਆਂ ਜੀਵਾਂ ਦੀ ਬਿਨਾਂ ਕਿਸੇ ਵਿਤਕਰੇ ਤੋਂ, ਬਿਨਾਂ ਕਿਸੇ ਪਾਰਸ਼ੈਲਿਟੀ ਤੋਂ ਸਾਰਿਆਂ ਦੀ ਪਾਲਣਾ ਕਰ ਰਿਹਾ ਹੈ। ਕਿਆ ਕਹੋ ਸੁਣੋ ਸੁਆਮੀ, ਤੂੰ ਵੱਡ ਪੁਰਖ ਸੁਜਾਣਾ। ਕਿਆ ਕਹੋਂ ਦਾ ਅਰਥ ਹੈ ਮੈਂ ਕੀ ਆਖਾਂ, ਮੈਂ ਕੀ ਬੋਲਾਂ, ਕੀ ਕਵਾਂ। ਸੁਣੋ ਸੁਆਮੀ, ਸੁਣੋ ਦਾ ਅਰਥ ਹੈ ਤੁਸੀਂ ਸੁਣੋ। ਮੈਂ ਕੀ ਸੁਣਾ, ਕਿਆ ਕਹੋਂ ਸੁਣੋ ਸੁਆਮੀ, ਮੈਂ ਕੀ ਕਵਾਂ, ਕੀ ਆਖਾਂ ਤੇ ਮੈਂ ਕੀ ਸੁਣਾ। ਸੁਆਮੀ, ਹੇ ਸਵਾਸਾਂ ਦੇ ਮਾਲਕ ਪ੍ਰਮਾਤਮਾ ਜੀ, ਸਭ ਦਿਲਾਂ ਦੀਆਂ ਜਾਣਨ ਵਾਲੇ, ਤੂੰ ਵੱਡ ਪੁਰਖ ਸੁਜਾਣਾ। ਸੁਜਾਣਾ ਦਾ ਅਰਥ ਹੈ ਜੋ ਸਾਰਿਆਂ ਦੇ ਦਿਲਾਂ ਦੀ ਜਾਣਦਾ ਹੈ। ਹੁਣ ਉਹਦੇ ਸਾਹਮਣੇ ਰੌਲਾ ਪਾ ਕੇ ਦੱਸਣ ਦੀ ਲੋੜ ਨਹੀਂ। ਇੱਕ ਬੇਨਤੀ ਕਰਾਂ, ਪਰਮਾਤਮਾ ਨੂੰ ਸੁਣਾਉਣ ਦੀ ਲੋੜ ਨਹੀਂ ਹੈ, ਉਹ ਸਾਰਿਆਂ ਦੀ ਸੁਣਦਾ ਹੈ। ਜੋ ਸਾਡੇ ਨਿੱਕੇ ਤੋਂ ਨਿੱਕੇ ਵਿਚਾਰ ਨੇ ਉਹ ਵੀ ਉਹਨੂੰ ਪਤਾ ਹੈ। ਕੁਝ ਸਾਡੇ ਅੰਦਰ ਪੈਦਾ ਹੁੰਦੇ ਨੇ, ਕੁਝ ਅਸੀਂ ਮੂੰਹ ਤੋਂ ਬੋਲਦੇ ਹਾਂ। ਇਸੇ ਕਰਕੇ ਚੇਤਾ ਰੱਖਿਓ, ਵਿਚਾਰਾਂ ਤੋਂ ਹੀ ਐਕਸ਼ਨ ਹੁੰਦਾ ਹੈ। ਪਹਿਲਾਂ ਅਸੀਂ ਵਿਚਾਰ ਆਪਣੇ ਅੰਦਰ ਪੈਦਾ ਕਰਦੇ ਹਾਂ, ਫਿਰ ਉਹ ਤੋਂ ਐਕਸ਼ਨ ਹੁੰਦਾ ਹੈ ਤੇ ਕਈ ਵਾਰੀ ਉਹਦਾ ਰਿਐਕਸ਼ਨ ਵੀ ਹੁੰਦਾ ਹੈ। ਪਹਿਲਾਂ ਮੇਰੇ ਅੰਦਰ ਵਿਚਾਰ ਪੈਦਾ ਹੁੰਦਾ ਹੈ, ਫਿਰ ਮੈਂ ਉਹਦੇ ਨਾਲ ਕਰਮ ਕਰਦਾ, ਐਕਸ਼ਨ ਕਰਦਾ। ਕਈ ਵਾਰੀ ਦੂਸਰੇ ਨੂੰ ਉਹ ਐਕਸ਼ਨ ਚੰਗਾ ਨਹੀਂ ਲੱਗਦਾ, ਉਹਦੀ ਰਿਐਕਸ਼ਨ ਹੁੰਦਾ ਹੈ। ਹੁਣ ਰਿਐਕਸ਼ਨ ਤੋਂ ਬਚਣ ਵਾਸਤੇ ਆਪਣਿਆਂ ਵਿਚਾਰਾਂ ਨੂੰ ਚੰਗੇ ਪਾਸੇ ਲਾਉਣਾ ਚਾਹੀਦਾ ਹੈ। ਮਨੁੱਖ ਦਾ ਜ਼ਿੰਦਗੀ ਅਪਰਾਧੀ ਨਾ ਬਣੇ, ਮਨੁੱਖ ਦੀ ਜ਼ਿੰਦਗੀ ਗੁਨਾਹਗਾਰ ਨਾ ਬਣੇ, ਮਨੁੱਖ ਚੋਰ, ਠੱਗ, ਫਰੇਬ ਨਾ ਬਣੇ। ਇਹ ਤੋਂ ਪਹਿਲਾਂ ਕਿ ਉਹ ਆਪਣੇ ਵਿਚਾਰਾਂ ਨੂੰ ਸੰਕੋਚ ਲਵੇ, ਆਪਣੇ ਵਿਚਾਰ ਗੁਰਮਤਿ ਤੇ ਰੱਖੇ, ਆਪਣੇ ਵਿਚਾਰ ਸੱਚ ਤੇ ਰੱਖੇ। ਜਿੱਦਣ ਗੁਰਬਾਣੀ ਹਿਰਦੇ ਘਰ ਦੇ ਵਿੱਚ ਵਸ ਜਾਂਦੀ ਆ ਨਾ, ਜਿੱਥੋਂ ਮਨੁੱਖ ਦੇ ਵਿਚਾਰਾਂ ਦਾ ਸੋਮਾ ਹੈ,
ਜਦੋਂ ਉੱਥੇ ਗੁਰਬਾਣੀ ਘਰ ਘਰ ਜਾਂਦੀ ਹੈ, ਸਤਿਗੁਰ ਦੀ ਮੱਤ, ਗੁਰੂ ਦੇ ਉਪਦੇਸ਼ ਘਰ ਘਰ ਜਾਂਦੇ ਨੇ, ਫਿਰ ਉਹ ਵਿਚਾਰਾਂ ਦੇ ਸੋਮੇ ਚੰਗੇ ਹੋ ਜਾਂਦੇ ਨੇ। ਹੁਣ ਜਦੋਂ ਮੇਰੇ ਵਿਚਾਰਾਂ ਦੇ ਵਿੱਚ ਕਿਸੇ ਪ੍ਰਤੀ ਕੋਈ ਈਰਖਾ ਹੀ ਨਹੀਂ, ਕਿਸੇ ਪ੍ਰਤੀ ਕੋਈ ਜੈਲਸੀ ਨਹੀਂ, ਕਿਸੇ ਪ੍ਰਤੀ ਕੋਈ ਨਫ਼ਰਤ ਹੀ ਨਹੀਂ, ਤੇ ਮੇਰਾ ਐਕਸ਼ਨ ਜਿਹੜਾ ਹੈ ਉਹ ਕਦੀ ਵੀ ਮਾੜਾ ਨਹੀਂ ਹੋਵੇਗਾ, ਤੇ ਨਾ ਹੀ ਉਸ ਐਕਸ਼ਨ ਦਾ ਰਿਐਕਸ਼ਨ ਹੋਵੇਗਾ। ਇਸ ਕਰਕੇ ਸਾਹਿਬ ਕਹਿੰਦੇ ਤੂੰ ਐਕਸ਼ਨ ਹੋਣ ਤੋਂ ਬਚ ਸਕਦਾ ਹੈ ਜੇ ਤੂੰ ਆਪਣੇ ਵਿਚਾਰਾਂ ਨੂੰ ਸੰਕੋਚ ਲਵੇਂ, ਆਪਣੇ ਵਿਚਾਰਾਂ ਨੂੰ ਨਿਰਮਲ ਕਰ ਲਵੇਂ, ਆਪਣੇ ਖਿਆਲਾਂ ਨੂੰ ਨਿਰਮਲ ਕਰ ਲਵੇਂ। ਕਿਉਂਕਿ ਜੇ ਮਨੁੱਖ ਦਾ ਸੁਭਾਅ ਨਿਰਮਲ ਹੈ ਨਾ, ਜੇ ਮਨੁੱਖ ਦੇ ਅੰਦਰ ਪ੍ਰੀਤ ਹੈ, ਪ੍ਰੇਮ ਹੈ, ਮਾਨਵਤਾ ਦੇ ਭਲਾ ਕਰਨ ਦੀ ਸ਼ਮਤਾ ਹੈ, ਜ਼ਾਹਿਰ ਜੀ ਗੱਲ, ਇਹਨੂੰ ਰਿਸਪੈਕਟ ਮਿਲੇਗੀ, ਇਹਨੂੰ ਇੱਜ਼ਤ ਮਿਲੇਗੀ, ਇਹਨੂੰ ਸਤਿਕਾਰ ਮਿਲੇਗਾ। ਪਰ ਜੇ ਮਨੁੱਖ ਦੇ ਅੰਦਰ ਬੇਈਮਾਨੀ ਬੈਠੀ ਹੈ, ਮਨੁੱਖ ਦੇ ਅੰਦਰ ਧੋਖਾ ਬੈਠਾ ਹੈ, ਮਨੁੱਖ ਦੇ ਅੰਦਰ ਫਰੇਬ ਬੈਠਾ ਹੈ, ਫਿਰ ਇਹ ਭਾਵੇਂ ਮੂੰਹ ਤੋਂ ਕਿੰਨਾ ਚੰਗਾ ਬਣੇ, ਇਹਦੇ ਐਕਸ਼ਨ ਦਾ ਰਿਐਕਸ਼ਨ ਹੋਵੇਗਾ। ਤੋ ਸਾਹਿਬ ਕਹਿੰਦੇ, ਹੇ ਪਾਲਣਹਾਰ ਪ੍ਰਮਾਤਮਾ, ਤੂੰ ਸਾਰਿਆਂ ਦੀਆਂ ਦਿਲਾਂ ਦੀਆਂ ਜਾਣਦਾ ਹੈ। ਹੁਣ ਗੁਰੂ ਦੀ ਮੱਤ ਤੇ ਚੱਲਣ ਵਾਲੇ ਗੁਰੂ ਦੇ ਸਿੱਖ ਨੂੰ ਗੁਰਬਾਣੀ ਦੇ ਵਿੱਚੋਂ ਇਹ ਪਤਾ ਲੱਗ ਗਿਆ। ਇਸ ਕਰਕੇ ਗੁਰੂ ਦਾ ਸਿੱਖ ਗੁਰੂ ਦੀ ਸਿੱਖਿਆ ਲੈ ਕੇ ਆਪਣੇ ਅੰਦਰ ਗਲਤ ਪੈਦਾ ਨਹੀਂ ਹੋਣ ਦਿੰਦਾ ਵਿਚਾਰ, ਉਹਦੇ ਅੰਦਰ ਮੰਦ ਵਾਸ਼ਨਾ ਨਹੀਂ ਪੈਦਾ ਹੁੰਦੀਆਂ, ਬੁਰੀ ਬਿਰਤੀ ਨਹੀਂ ਪੈਦਾ ਹੁੰਦੀ, ਉਹਦੀਆਂ ਅੱਖਾਂ ਦੇ ਵਿੱਚ ਮੈਲ ਨਹੀਂ ਹੁੰਦੀ। ਕਿਉਂਕਿ ਜਿੱਥੇ ਵਿਚਾਰ ਪੈਦਾ ਹੋਣੇ ਨੇ ਉੱਥੋਂ ਪਤਾ ਲੱਗ ਚੁੱਕਿਆ ਹੈ ਕਿ ਮੇਰਾ ਇੱਕ ਵੀ ਖਿਆਲ ਮੇਰੇ ਪ੍ਰਮਾਤਮਾ ਵਾਹਿਗੁਰੂ ਨੂੰ ਪਤਾ ਹੈ। ਮੈਂ ਕੀ ਸੋਚ ਰਿਹਾ, ਕੀ ਚਿਤਵ ਰਿਹਾ, ਮੇਰੇ ਦਿਲ ਵਿੱਚ ਕੀ ਹੈ, ਮੈਂ ਦੂਜਿਆਂ ਤੋਂ ਤਾਂ ਲੁਕਾ ਸਕਦਾ ਹੈ। ਆਪਣੀ ਮਾਂ ਕੋ ਲੁਕਾ ਲੂੰਗਾ, ਆਪਣੀ ਘਰ ਵਾਲੀ ਕੋ ਲੁਕਾ ਲੂੰਗਾ, ਆਪਣੇ ਬੱਚਿਆਂ ਕੋ ਲੁਕਾ ਲੂੰਗਾ, ਪਰ ਪਰਮਾਤਮਾ ਤੋਂ ਕਿੱਥੇ ਲਗਾਵਾਂਗਾ। ਹੁਣ ਜਦੋਂ ਇਹ ਗੱਲ ਸਮਝ ਪੈਂਦੀ ਹੈ, ਇਹ ਸਮਝ ਪੈ ਜਾਵੇ ਗੱਲ, ਇਹ ਖਾਨੇ 'ਚ ਪੈ ਜਾਵੇ ਨਾ ਗੱਲ, ਫਿਰ ਮਨੁੱਖ ਦਾ ਵਿਚਾਰ ਬਦਲ ਜਾਣਗੇ, ਮਨੁੱਖ ਦੇ ਕਿਰਦਾਰ ਬਦਲ ਜਾਵੇਗਾ, ਮਨੁੱਖ ਦੇ ਅੰਦਰ ਸੱਚ ਸਮਾਉਣ ਲੱਗ ਪਵੇਗਾ। ਤੇ ਜਿੱਥੇ ਸੱਚ ਵਸ ਜਾਂਦਾ ਹੈ ਨਾ, ਫਿਰ ਡਰ ਨਹੀਂ ਕੋਈ ਰਹਿੰਦਾ, ਫਿਰ ਡਰ ਨਹੀਂ ਕੋਈ ਰਹਿੰਦਾ ਲੋਕਾਂ ਦਾ, ਕਿਉਂਕਿ ਹੈ ਹੀ ਕੋਲ ਮੈਲ ਨਹੀਂ। ਹੁਣ ਬੇਈਮਾਨੀ ਹੈ ਹੀ ਕੋਲ ਨਹੀਂ, ਹੁਣ ਤੇ ਸੱਚ ਹੈ, ਇਮਾਨਦਾਰੀ ਦਾ ਜੀਵਨ, ਕਾਹਤੋਂ ਤੋਂ ਡਰਾਂ। ਜਿਹਨੂੰ ਸਾਹਿਬ ਕਹਿੰਦੇ ਨਿਰਭਉ। ਨਿਰਭਉ ਤਾਂ ਹੀ ਹੋਇਆ ਜਾ ਸਕਦਾ ਹੈ ਜੇ ਪਹਿਲਾਂ ਮੈਨੂੰ ਆਪਣੇ ਆਪ ਦੇ ਵਿੱਚ ਜਿਹੜੇ ਮੈਂ ਡਰ ਬਿਠਾ ਕੇ ਬੈਠਾ ਉਹਨਾਂ ਨੂੰ ਖਤਮ ਕਰਨਾ ਪਏਗਾ, ਆਪਣੀਆਂ ਕਮਜ਼ੋਰੀਆਂ ਖਤਮ ਕਰਨੀਆਂ ਪੈਣਗੀਆਂ। ਜੋ ਮੈਂ ਆਪਣੇ ਅੰਦਰ ਮੈਲ ਅਪਰਾਧ ਵਸਾ ਕੇ ਬੈਠਾ ਹੈ ਤੇ ਮੈਨੂੰ ਡਰ ਆ ਕਿਤੇ ਪਤਾ ਨਾ ਲੱਗ ਜੇ ਲੋਕਾਂ ਨੂੰ, ਇਹ ਪਹਿਲਾਂ ਖਤਮ ਕਰਨੇ ਪੈਣਗੇ। ਜਦੋਂ ਮੈਂ ਆਪਣੇ ਆਪ ਤੋਂ ਡਰਨਾ ਬੰਦ ਕਰ ਦੇਵਾਂਗਾ, ਮੈਂ ਲੋਕਾਂ ਤੋਂ ਡਰਨਾ ਬੰਦ ਕਰ ਦੇਵਾਂਗਾ, ਫਿਰ ਮੈਨੂੰ ਕਿਸੇ ਦੀ ਪਰਵਾਹ ਨਹੀਂ ਰਹੇਗੀ, ਮੈਂ ਬੇਪਰਵਾਹ ਹੋ ਜਾਵਾਂਗਾ, ਫਿਰ ਸੱਚ ਦੇ ਰਸਤੇ ਤੇ ਤੁਰਾਂਗਾ। ਜੇ ਮੈਂ ਝੂਠ ਦਾ ਰਸਤਾ ਧਾਰਨ ਕਰਕੇ ਬੈਠਾ ਹੈ, ਉਹ ਮੇਰੀਆਂ ਕਮਜ਼ੋਰੀਆਂ ਨੇ, ਕਿਉਂਕਿ ਮੇਰੇ ਅੰਦਰ ਕੂੜ ਬੈਠਾ ਹੈ, ਅੰਦਰ ਲਾਲਚ ਬੈਠਾ ਹੈ, ਅੰਦਰ ਝੂਠ ਬੈਠਾ ਹੈ। ਹੁਣ ਸਤਿਗੁਰ ਦੀ ਮੱਤ ਕਹਿੰਦੀ ਹੈ, ਕਿਆ ਕਹੋ ਸੁਣੋ ਸੁਆਮੀ, ਤੂੰ ਵੱਡ ਪੁਰਖ ਸੁਜਾਣਾ। ਹੇ ਮੇਰੇ ਦਿਲਾਂ ਦੀਆਂ ਜਾਣਨ ਵਾਲੇ ਪ੍ਰਮਾਤਮਾ ਵਾਹਿਗੁਰੂ ਜੀ, ਤੁਸੀਂ ਸਾਰਿਆਂ ਦੇ ਦਿਲਾਂ ਤੋਂ ਵਾਕਿਫ ਹੋ। ਕਿਸ ਦੇ ਦਿਲ ਵਿੱਚ ਕੀ ਚੱਲ ਰਿਹਾ ਹੈ, ਕੀ ਕੋਈ ਸੋਚ ਰਿਹਾ ਹੈ, ਕੀ ਕੋਈ ਚਿਤਵ ਰਿਹਾ ਹੈ, ਸਾਰਿਆਂ ਬਾਰੇ ਤੁਹਾਨੂੰ ਪਤਾ ਹੈ, ਤੁਹਾਡੇ ਤੋਂ ਕੁਝ ਵੀ ਨਹੀਂ ਛੁਪਿਆ। ਫਿਰ ਹੇ ਮੇਰੇ ਨਿਰੰਕਾਰ ਅਕਾਲ ਪੁਰਖ ਵਾਹਿਗੁਰੂ ਜੀ, ਦੱਸੋ ਮੈਂ ਤੇਰੇ ਬਾਬਤ ਹੋਰ ਕੀ ਆਖਾਂ, ਮੈਂ ਕੀ ਕਵਾਂ ਤੇ ਕੀ ਸੁਣਾ, ਕਿਉਂਕਿ ਮੇਰੇ ਕੋਲ ਸ਼ਬਦ ਹੀ ਨਹੀਂ ਰਹਿ ਕਹਿਣ ਦੇ। ਕਿਉਂਕਿ ਤੂੰ ਤੇ ਸਾਰਿਆਂ ਦੇ ਬਾਬਤ ਜਾਣਦਾ ਹੈ, ਸਾਰਿਆਂ ਨੂੰ ਜਾਣਨ ਵਾਲਾ ਹੈ, ਸਾਰਿਆਂ ਨੂੰ ਸਮਝਣ ਵਾਲਾ ਹੈ। ਕਿਆ ਕਹੋ ਸੁਣੋ ਸੁਆਮੀ, ਤੂੰ ਵੱਡ ਪੁਰਖ ਸੁਜਾਣਾ। ਸੁਜਾਣਾ ਦਾ ਅਰਥ ਹੈ ਸਾਰਿਆਂ ਦੀਆਂ ਦਿਲਾਂ ਦਾ ਜਾਣਨ ਵਾਲਾ। ਵੱਡ ਪੁਰਖ ਤੂੰ ਵੱਡਾ ਪਰਮਾਤਮਾ ਅਕਾਲ ਪੁਰਖ ਹੈ। ਕਿਆ ਕਹੋ, ਫਿਰ ਮੈਂ ਕੀ ਬੋਲਾਂ, ਕੀ ਸੁਣਾ, ਕਿਉਂਕਿ ਮੇਰੇ ਕੋਲ ਕਹਿਣ ਜੋਗੀ ਬੋਲ ਨਹੀਂ, ਕਿਉਂਕਿ ਤੂੰ ਤਾਂ ਸਾਰੇ ਪਾਸ ਤੋਂ ਵਾਕਫ ਹੈ, ਤੂੰ ਤੇ ਸਾਰਿਆਂ ਦੀਆਂ ਦਿਲਾਂ ਦੀਆਂ ਜਾਣਦਾ ਹੈ। ਤਾਂ ਮੇਰੇ ਕੋਲ ਸ਼ਬਦਾਂ ਦਾ ਭੰਡਾਰਾ ਖਤਮ ਹੋ ਗਿਆ। ਜਿੱਦਣ ਇਹ ਗੱਲ ਮਨੁੱਖ ਨੂੰ ਸਮਝ ਪੈਂਦੀ ਹੈ, ਜਿੱਦਣ ਇਹ ਗੱਲ ਸਮਝ ਪੈ ਜਾਵੇ ਨਾ ਕਿ ਘਟ ਘਟ ਕੇ ਅੰਤਰ ਕੀ ਜਾਣਤ, ਹਰ ਮਨੁੱਖ ਦੇ ਹਿਰਦੇ ਦੇ ਵਿੱਚ ਬੈਠਾ ਨਿਰੰਕਾਰ ਹਰ ਮਨੁੱਖ ਦੇ ਬਾਰੇ ਜਾਣਦਾ ਹੈ। ਘਟ ਘਟ ਮੈਂ ਹਰ ਜੂ ਬਸੈ, ਸੰਤਨ ਕਿਉ ਪੁਕਾਰ। ਗੁਰੂ ਰੂਪੀ ਸੰਤ ਰੋਜ਼ ਬਾਰ ਬਾਰ ਕਹਿ ਰਿਹਾ ਹੈ, ਮਨੁੱਖ ਤੂੰ ਕਿਉਂ ਝੂਠ ਬੋਲਦਾ ਹੈ, ਕਿਉਂ ਬੇਈਮਾਨੀਆਂ ਕਰਦਾ ਹੈ, ਕਿਉਂ ਫਰੇਬ ਕਰ ਰਿਹਾ ਹੈ, ਕਿਉਂ ਦੋਹਰੀ ਪਰਸਨੈਲਿਟੀ ਦਾ ਜੀਵਨ ਜਿਉਣਾ ਹੈ। ਗੁਰੂ ਦੇ ਸਿੱਖ ਦਾ ਇੱਕ ਹੀ ਜੀਵਨ ਹੈ, ਅੰਦਰੋਂ ਨਿਰਮਲ ਬਾਹਰੋਂ ਨਿਰਮਲ। ਉਹ ਅੰਦਰੋਂ ਵੀ ਨਿਰਮਲ ਹੈ, ਬਾਹਰੋਂ ਵੀ ਨਿਰਮਲ ਹੈ। ਕਿਉਂ?
क्योंकि ਉਹਦੀ ਜ਼ਿੰਦਗੀ ਵਿੱਚ ਮਨ ਦੀ ਮਤ ਨਹੀਂ ਹੈ। ਉਹ ਮਨ ਦੀ ਮਤ ਪਿੱਛੇ ਨਹੀਂ ਤੁਰਦਾ। ਅੰਦਰੋਂ ਨਿਰਮਲ ਬਾਹਰੋਂ ਨਿਰਮਲ ਕਿਉਂ ਹੈ, ਸਤਿਗੁਰ ਤੇ ਕਰਨੀ ਕਮਾਣੀ। ਉਹ ਕੇਵਲ ਸਤਿਗੁਰੂ ਦੇ ਉਪਦੇਸ਼ਾਂ ਦੇ ਮੁਤਾਬਕ ਹੀ ਆਪਣੇ ਜੀਵਨ ਦੇ ਕਰਮ ਕਰਦਾ ਹੈ। ਤੇ ਜਿਹਨੂੰ ਇਹ ਗੱਲ ਸਮਝ ਪੈ ਗਈ ਨਾ, ਉਹਨੇ ਆਪਣੇ ਹਿਰਦੇ ਘਰ ਦੇ ਵਿੱਚ ਸੱਚ ਵਸਾ ਲਿਆ। ਇਹ ਰਹਾਉ ਦੀਆਂ ਪੰਕਤੀਆਂ ਨੇ। ਹੁਣ ਪਹਿਲਾ ਬੰਦ ਹੈ ਪਾਵਨ ਸ਼ਬਦ ਦਾ। ਦੋ ਕ੍ਰਿਤ ਸੋਕ੍ਰਿਤ ਮੰਦੇ ਸੰਸਾਰ ਸਗਲਾਣਾ। ਹੁਣ ਦੁਕ੍ਰਿਤ ਦਾ ਅਰਥ ਹੈ ਮਾੜੇ ਕੰਮ ਕਰਨੇ, ਮਾੜੇ ਕਰਮ ਕਰਨੇ। ਕਿਰਤ ਦੇ ਅੱਗੇ ਦੋ ਸ਼ਬਦ ਲੱਗਿਆ, ਦੋ ਦਾ ਅਰਥ ਹੈ ਮਾੜੇ, ਮੈਲੇ, ਭੈੜੇ। ਸਾਹਿਬ ਕਹਿੰਦੇ ਦੋ ਕਿਰਤ ਸੁਕ੍ਰਿਤ, ਸੁਕ੍ਰਿਤ ਦਾ ਅਰਥ ਹੈ ਚੰਗੇ ਕੰਮ ਕਰਨੇ। ਸੰਸਾਰ ਸਗਲਾਣਾ, ਸਾਰਾ, ਸਗਲਾਣਾ ਦਾ ਅਰਥ ਹੈ ਸਾਰਾ, ਸੰਸਾਰ ਦਾ ਅਰਥ ਹੈ ਸ੍ਰਿਸ਼ਟੀ। ਸਾਹਿਬ ਕਹਿੰਦੇ ਸਾਰਾ ਜਗਤ, ਸਾਰਾ ਸੰਸਾਰ ਜਿਹੜਾ ਹੈ ਨਾ, ਮੰਦੇ ਕਰਮਾਂ ਤੇ ਚੰਗੇ ਕਰਮਾਂ ਦੀ ਵਿਚਾਰ ਵਿੱਚ ਹੀ ਰੁੱਝਾ ਹੋਇਆ ਹੈ। ਇਹ ਮੰਦਾ ਹੈ, ਇਹ ਚੰਗਾ ਹੈ, ਇਹ ਭੈੜਾ ਹੈ, ਇਹ ਨਿਰਮਲ ਹੈ। ਹਰ ਮਨੁੱਖ ਦੀ ਇਹ ਸਵੇਰ ਤੋਂ ਲੈ ਕੇ ਸ਼ਾਮ ਤੱਕ ਮਨੁੱਖ ਦੀ ਜਿਹੜੀ ਡਿਸਕਸ਼ਨਸ ਨੇ, ਜਿਹੜੀਆਂ ਡਿਬੇਟਸ ਨੇ, ਕਿਹਦੇ ਉੱਪਰ ਨੇ? ਇਹਦੇ ਉੱਪਰ ਹੀ ਆ। ਫਲਾਨਾ ਬੜਾ ਚੰਗਾ ਹੈ, ਫਲਾਨਾ ਬੜਾ ਮਾੜਾ ਹੈ, ਆਹ ਕੰਮ ਚੰਗਾ ਹੈ, ਆਹ ਕੰਮ ਮਾੜਾ ਹੈ। ਇਹਦੇ ਉੱਪਰ ਹੀ ਮਨੁੱਖ ਦੀ ਸਾਰੀ ਜ਼ਿੰਦਗੀ ਤੁਰਦੀ ਪਈ ਹੈ। ਦੁਕ੍ਰਿਤ ਸੁਕ੍ਰਿਤ ਮੰਦੇ, ਮੰਦੇ ਦਾ ਅਰਥ ਹੈ ਵਿੱਚ, ਵਿਚਾਰ ਦੇ ਵਿੱਚ। ਸਭ ਕਹਿੰਦੇ ਭੈੜੇ ਵਿਚਾਰ, ਭੈੜੇ ਕੰਮ ਕਰਨੇ, ਦੁਕ੍ਰਿਤ ਕਰਨੇ, ਸੁਕ੍ਰਿਤ ਚੰਗੇ ਕੰਮ ਕਰਨੇ। ਸਾਰਾ ਸੰਸਾਰ ਇਹਦੇ ਵਿੱਚ ਹੀ, ਇਸੇ ਵਿਚਾਰ ਦੇ ਵਿੱਚ ਰੁੱਝਾ ਹੋਇਆ ਹੈ। ਦੂਹੂ ਤੇ ਰਹਿਤ ਭਗਤ ਹੈ, ਕੋਈ ਵਿਰਲਾ ਜਾਣਾ। ਸਭ ਕਹਿੰਦੇ ਪਰ ਜਿਹੜਾ ਪ੍ਰਮਾਤਮਾ ਦੇ ਹੁਕਮ ਦੇ ਵਿੱਚ ਚੱਲਣ ਵਾਲਾ ਭਗਤ ਆ ਨਾ, ਉਹ ਇਹਨਾਂ ਸਾਰਿਆਂ ਤੋਂ ਉੱਪਰ ਉੱਠ ਗਿਆ। ਉਹ ਇਹਨਾਂ ਦੀ ਵਿਚਾਰ ਹੀ ਨਹੀਂ ਕਰ ਰਿਹਾ ਕਿ ਕੌਣ ਚੰਗਾ ਕਰਦਾ ਹੈ, ਕੌਣ ਮਾੜਾ ਕਰਦਾ ਹੈ। ਇਹਦੇ ਨਾਲ ਉਹਨਾਂ ਦਾ ਕੋਈ ਮਤਲਬ ਨਹੀਂ। ਉਹ ਆਪਣੇ ਰਸਤੇ ਤੇ ਤੁਰ ਪਿਆ। ਉਹਨੂੰ ਆਪਣੀ ਮੰਜ਼ਿਲ ਨਜ਼ਰ ਆ ਗਈ ਹੈ ਕਿ ਭਈ ਪ੍ਰਾਪਤ ਮਾਨੁਖ ਦੇ ਹੋਰੀਆ, ਗੋਬਿੰਦ ਮਿਲਣ ਕੀਏ ਤੇਰੀ ਬਰੀਆ। ਉਹਨੂੰ ਆਪਣੀ ਰਸਤਾ ਨਜ਼ਰ ਆ ਗਿਆ ਹੈ, ਉਹਨੂੰ ਆਪਣੀ ਮੰਜ਼ਿਲ ਨਜ਼ਰ ਆ ਗਈ ਹੈ ਕਿ ਮੈਂ ਆਪਣੇ ਜੀਵਨ ਨੂੰ ਪ੍ਰਮਾਤਮਾ ਦੇ ਨਾਲ ਇਕਮਿਕ ਕਰਦਿਆਂ ਹੋਇਆਂ, ਇਸ ਮਾਨਵਤਾ ਵਿੱਚ ਸੱਚ ਦਾ ਪ੍ਰਸਾਰ ਤੇ ਪ੍ਰਚਾਰ ਕਰਦਿਆਂ ਹੋਇਆਂ ਉਹਦੇ ਨਾਲ ਆਪਣਾ ਰਿਸ਼ਤਾ ਜੋੜਨਾ ਹੈ, ਉਹਦੇ ਵਿੱਚ ਇਕਮਿਕ ਹੋ ਜਾਣਾ ਹੈ। ਇਹ ਗੱਲ ਭਗਤ ਨੂੰ ਸਮਝ ਆ ਗਈ ਹੈ। ਇਸੇ ਕਰਕੇ ਭਗਤ ਦੋਹੂ ਤੇ ਰਹਿਤ। ਨਾ ਉਹ ਚੰਗੇ ਮੰਦੇ ਵਿਚਾਰਾਂ ਦੀ ਵਿਚਾਰ ਹੀ ਨਹੀਂ ਕਰ ਰਿਹਾ। ਕੋਈ ਕੀ ਕਰਦਾ ਹੈ, ਕੋਈ ਕੀ ਨਹੀਂ ਕਰਦਾ, ਉਹਦੇ ਨਾਲ ਮਤਲਬ ਨਹੀਂ। ਹਾਂ, ਆਪਣੇ ਆਪ ਨੂੰ ਸਵਾਰਨ ਦਾ ਮਤਲਬ ਹੈ। ਸ਼ਿੰਗਾਰਿਆ ਜਾ ਰਿਹਾ ਹੈ, ਸਵਾਰਿਆ ਜਾ ਰਿਹਾ ਹੈ। ਕਿਉਂਕਿ ਜਦ ਤੱਕ ਮਨੁੱਖ ਆਪਣੇ ਆਪ ਨੂੰ ਨਹੀਂ ਨਾ ਸਵਾਰਦਾ, ਦੂਜੇ ਨੂੰ ਉਪਦੇਸ਼ ਨਹੀਂ ਦੇ ਸਕਦਾ ਤੇ ਉਹਦੇ ਉਪਦੇਸ਼ਾਂ ਦਾ ਅਸਰ ਵੀ ਨਹੀਂ ਹੋਏਗਾ। ਸਭ ਤੋਂ ਪਹਿਲਾਂ ਆਪਣੇ ਜੀਵਨ ਨੂੰ ਤਰਾਸ਼ਣ ਦਾ ਮਤਲਬ ਹੈ, ਆਪਣੇ ਜੀਵਨ ਨੂੰ ਗੁਰਮਤਿ ਤੇ ਸੰਭਾਲਣ ਦਾ ਮਤਲਬ ਹੈ। ਤੋ ਸਾਹਿਬ ਕਹਿੰਦੇ ਦੋਹੂ ਤੇ ਰਹਿਤ ਭਗਤ ਹੈ। ਭਗਤ ਚੰਗੇ ਮੰਦੇ ਕਰਮਾਂ ਤੋਂ ਉੱਪਰ ਉੱਠ ਗਏ, ਕਿਉਂਕਿ ਉਹਦੇ ਜੀਵਨ ਵਿੱਚ ਇਹ ਵਿਚਾਰ ਹੀ ਨਹੀਂ ਰਹੀ। ਉਹਦੇ ਜੀਵਨ ਦੀ ਮੰਜ਼ਿਲ ਚੰਗੇ ਮੰਦੇ ਕਰਮਾਂ ਤੋਂ ਉੱਪਰ ਉੱਠ ਕੇ ਨਿਰੰਕਾਰ ਨਾਲ ਇਕਮਿਕ ਹੋਣ ਦੀ ਹੈ। ਤੋ ਸਾਹਿਬ ਕਹਿੰਦੇ ਦੋਹੂ ਤੇ ਰਹਿਤ ਭਗਤ ਹੈ। ਪਰਮਾਤਮਾ ਦੀ ਭਗਤੀ ਕਰਨ ਵਾਲਾ ਜਿਹੜਾ ਮਨੁੱਖ ਆ ਨਾ, ਉਹ ਇਹਨਾਂ ਦੋਹਾਂ ਵਿਚਾਰਾਂ ਤੋਂ ਲਾਂਭੇ ਰਹਿ ਜਾਂਦਾ ਹੈ ਕਿ ਸ਼ਾਸਤਰ ਅਨੁਸਾਰ ਕਿਹੜੇ ਕੰਮ ਚੰਗੇ ਨੇ ਤੇ ਕਿਹੜੇ ਮਾੜੇ ਨੇ। ਅਜਿਹਾ ਬੰਦਾ ਪਰ ਸਾਹਿਬ ਕਹਿੰਦੇ ਸੰਸਾਰ ਵਿੱਚ ਕੋਈ ਵਿਰਲਾ ਹੀ ਹੈ। ਨਹੀਂ ਤੇ ਲੋਕਾਂ ਦੀ ਲੋਕ ਅਵਗੁਣਾ ਕੀ ਬੰਨੇ ਗੰਠੜੀ, ਗੁਣ ਨਾ ਵਿਹਾਜੇ ਕੋਈ। ਸਭ ਕਹਿੰਦੇ ਕੋਈ ਵਿਰਲਾ ਹੀ ਹੈ ਜੋ ਇਹਨਾਂ ਵਿਚਾਰਾਂ ਤੋਂ ਉੱਪਰ ਉੱਠ ਗਿਆ। ਨਹੀਂ ਤੇ ਲੋਕਾਂ ਦੀਆਂ ਤੁਸੀਂ ਵੇਖ ਲਓ, ਪੰਡਾਂ ਵੱਜੀਆਂ ਪਈਆਂ ਨੇ। ਝੱਟ ਮਨੁੱਖ ਦੂਜੇ ਦਾ ਕਰੈਕਟਰ ਸਰਟੀਫਿਕੇਟ ਕੱਢ ਕੇ ਰੱਖ ਦਿੰਦਾ ਹੈ, ਦੂਜਾ ਕੀ ਹੈ, ਫਲਾਨਾ ਕੀ ਹੈ, ਝੱਟ ਕਰੈਕਟਰ ਸਰਟੀਫਿਕੇਟ ਕੱਢ ਕੇ ਰੱਖ ਦਿੰਦਾ ਹੈ। ਕਿਉਂਕਿ ਮਨੁੱਖ ਨੂੰ ਦੂਜੇ ਬਾਰੇ ਬਹੁਤ ਪਤਾ ਹੈ, ਆਹ ਚੰਗਾ ਹੈ, ਆਹ ਮਾੜਾ ਹੈ, ਸਭ ਪਤਾ ਹੈ। ਪਰ ਭਗਤ ਉਹ ਸਿਰਫ ਪਰਮਾਤਮਾ ਦੇ ਨਾਲ ਜੁੜੇ, ਪਰਮਾਤਮਾ ਦੇ ਹੁਕਮ ਦੇ ਵਿੱਚ ਰਹਿਣਾ, ਪਰਮਾਤਮਾ ਦੀ ਰਜ਼ਾ ਦੇ ਵਿੱਚ ਰਹਿਣਾ, ਉਹਦੇ ਹੁਕਮ ਨੂੰ ਫੋਲੋ ਕਰਨਾ, ਉਹਦੇ ਹੁਕਮ ਦੇ ਵਿੱਚ ਕੋਈ ਸ਼ੱਕ ਨਹੀਂ। ਆਪਣੇ ਆਪ ਨੂੰ ਨਿਸ਼ਾਵਰ ਕਰ ਦਿੱਤਾ ਹੈ। ਬਸ ਉਹਨੂੰ ਮੰਜ਼ਿਲ ਨਜ਼ਰ ਆ ਰਹੀ ਹੈ, ਨਿਰੰਕਾਰ ਦੇ ਨਾਲ ਇਕਮਿਕ ਹੋਣਾ ਹੈ। ਤੋ ਇਹ ਭਗਤ ਸਾਹਿਬ ਕਹਿੰਦੇ ਕੋਈ ਵਿਰਲੇ ਨੇ ਜਿਨ੍ਹਾਂ ਦਾ ਜੀਵਨ ਦੇ ਸੱਚ ਦੇ ਰਾਹ ਤੇ ਤੁਰੇ, ਵਿਰਲੇ ਨੇ। ਠਾਕੁਰ ਸਰਬੇ ਸਮਾਣਾ, ਹੇ ਸਵਾਸਾਂ ਦੇ ਮਾਲਕ ਨਿਰੰਕਾਰ ਪਾਲਣਹਾਰ ਪਰਮਾਤਮਾ ਜੀ,
ਤੁਸੀਂ ਸਾਰਿਆਂ ਦੀ ਪਾਲਣਾ ਕਰਨ ਵਾਲੇ ਹੋ ਤੇ ਸਾਰੇ ਸੰਸਾਰ ਦੇ ਵਿੱਚ ਜੀਵਾਂ ਵਿੱਚ ਸਮਾਏ ਹੋਏ ਹੋ। ਕਿਆ ਕਹੋ ਸੁਣੋ ਸੁਆਮੀ, ਤੂੰ ਵੱਡ ਪੁਰਖ ਸੁਜਾਣਾ। ਹੇ ਮੇਰੇ ਵੱਡੇ ਅਕਾਲ ਪੁਰਖ, ਸਭ ਤੋਂ ਵੱਡੇ ਪ੍ਰਮਾਤਮਾ ਜੀ, ਤੁਸੀਂ ਸਾਰਿਆਂ ਦੇ ਵਿੱਚ ਵਿਆਪਕ ਹੋ, ਸਾਰਿਆਂ ਦੀਆਂ ਦਿਲਾਂ ਦੀਆਂ ਜਾਣਨ ਵਾਲੇ ਹੋ। ਇਸ ਕਰਕੇ ਮੈਂ ਤੇਰੇ ਬਾਬਤ ਕੀ ਕਵਾਂ, ਕੀ ਕਾਖਾਂ ਤੇ ਕੀ ਸੁਣਾ, ਕਿਉਂਕਿ ਮੇਰੇ ਕੋਲ ਤੇ ਕੋਈ ਸ਼ਬਦ ਹੀ ਨਹੀਂ ਕਹਿਣ ਦੇ। ਤੂੰ ਤੇ ਮੇਰੇ ਇੱਕ ਇੱਕ ਅੰਗ ਰੋਮ ਰੋਮ ਬਾਰੇ ਵਾਕਫ ਹੈ ਕਿ ਮੈਂ ਕੌਣ ਹਾਂ। ਰਹਾਓ। ਅਗਲਾ ਬੰਦ ਹੈ, ਦੂਸਰਾ ਬੰਦ ਪਾਵਨ ਸ਼ਬਦ ਦਾ। ਸਭ ਕਹਿੰਦੇ ਮਾਨ ਅਭਿਮਾਨ ਮੰਦਹੇ, ਸੋ ਸੇਵਕ ਨਾਹੀਂ। ਮਾਣ ਦਾ ਅਰਥ ਆ ਆਦਰ, ਅਭਿਮਾਨ ਦਾ ਅਰਥ ਆ ਅਪਿਮਾਨ, ਅਭਿਮਾਨ ਦਾ ਅਰਥ ਹੈ ਅਪਮਾਨ, ਨਿਰਾਦਰੀ। ਸਭ ਕਹਿੰਦੇ ਜਿਹੜਾ ਬੰਦਾ ਜਗਤ ਵੱਲੋਂ ਮਿਲਦੇ ਆਦਰ ਜਾਂ ਨਿਰਾਦਰੀ ਦੇ ਅਹਿਸਾਸ ਵਿੱਚ ਫਸਿਆ ਰਹਿੰਦਾ, ਮਨੁੱਖ ਇਹੀ ਚੀਜ਼ਾਂ ਦੇ ਵਿੱਚ ਅੱਜ ਫਸਿਆ ਪਿਆ ਹੈ। ਲੋਕੀ ਕੀ ਕਹਿਣਗੇ? ਆਦਰ ਦੀ ਆਸ ਹੈ, ਨਿਰਾਦਰ ਦਾ ਡਰ ਹੈ। ਇਸੇ ਚੱਕਰ ਦੇ ਵਿੱਚ ਮਨੁੱਖ ਜ਼ਿੰਦਗੀ ਜੀਉ ਰਿਹਾ ਹੈ। ਤੋ ਸਹਿਬ ਕਹਿੰਦੇ ਜਿਹੜਾ ਬੰਦਾ ਇਸ ਜਗ੍ਹਾ ਦੇ ਵਿੱਚ ਫਸ ਗਿਆ ਨਾ ਕਿ ਜਗਤ ਮੈਨੂੰ ਮਾਣ ਕਰੇਗਾ, ਕਿ ਮੇਰਾ ਸਨਮਾਨ ਕਰੇਗਾ, ਕਿ ਅਪਮਾਨ ਕਰੇਗਾ, ਕਹਿੰਦੇ ਚੇਤਾ ਰੱਖਿਓ ਉਹ ਸੇਵਕ ਨਹੀਂ ਬਣ ਸਕਦਾ। ਕਿਉਂਕਿ ਸੇਵਾਦਾਰ ਬਣਨ ਵਾਸਤੇ ਲੋਕਾਂ ਦੀਆਂ ਗੱਲਾਂ ਤੋਂ ਕੰਨ ਬੰਦ ਕਰਨੇ ਪੈਂਦੇ ਨੇ। ਚੇਤਾ ਰੱਖਿਓ ਬਹੁਤਾਤ ਜੀਵਨ ਦੇ ਵਿੱਚ ਤੁਸੀਂ ਝਾਤੀ ਮਾਰ ਕੇ ਦੇਖ ਲਿਓ, ਲੋਕਾਂ ਦੀ ਇਹੀ ਡਰ ਹੈ ਲੋਕੀ ਕੀ ਕਹਿਣਗੇ। ਜੇ ਮੈਂ ਗੁਰਦੁਆਰੇ ਗਿਆ, ਜੇ ਮੈਂ ਬਾਣੀ ਪੜ੍ਹਨ ਲੱਗ ਪਿਆ, ਕਿਤੇ ਮੈਨੂੰ ਬਾਬਾ ਹੀ ਨਾ ਕਹਿਣ ਲੱਗ ਪੈਣ, ਕਿਤੇ ਭਾਈ ਨਾ ਕਹਿਣ ਲੱਗ ਪੈਣ। ਬਸ ਆਹੀ ਚੀਜ਼ਾਂ ਤੇ ਦੁਨੀਆ ਤੁਰੀ ਫਿਰਦੀ ਹੈ, ਕਿਉਂਕਿ ਇੱਕ ਫਜ਼ੂਲ ਦੀ ਮਨ ਵਿੱਚ ਭਾਵਨਾ ਪੈਦਾ ਕਰ ਲਈ ਹੈ ਵੀ ਮੈਂ ਕੁਝ ਹਾਂ। ਹੁਣ ਇਸੇ ਉੱਪਰ ਡਰ ਹੈ ਕਿ ਕੋਈ ਮੇਰਾ ਅਪਮਾਨ ਨਾ ਕਰੇ। ਤੋ ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਬੜਾ ਪਿਆਰਾ ਬਚਨ ਕਹਿੰਦੇ ਮਾਨ ਅਭਿਮਾਨ ਸਭ ਤਿਆਗ ਦੇ। ਨਾ ਮਾਣ ਦੀ ਚਿੰਤਾ ਹੈ, ਨਾ ਅਭਿਮਾਨ ਦੀ ਚਿੰਤਾ ਹੈ। ਜੇ ਲੋਕ ਸਲਾਹੇ ਤਾਂ ਤੇਰੀ ਉਪਮਾ, ਜਾਂ ਨਿੰਦੇ ਤਾਂ ਛੋੜ ਨਾ ਜਾਹੀ। ਉਸਤਤ ਨਿੰਦਾ ਦੋ ਤਿਆਗੇ, ਖੋਜੇ ਪਦ ਨਿਰਬਾਨਾ। ਪਰ ਸਭ ਕਹਿੰਦੇ ਜਨ ਨਾਨਕ ਇਹ ਖੇਲ ਕਠਨ ਹੈ, ਕਿਨਹੂ ਗੁਰਮੁਖ ਜਾਨਾ। ਕਹਿੰਦੇ ਔਖਾ ਬੜਾ ਹੈ, ਔਖਾ ਬੜਾ ਹੈ ਇਸ ਖੇਡ ਨੂੰ ਸਮਝਣਾ। ਜਿਹਨੇ ਸਮਝ ਲਿਆ ਨਾ ਉਹ ਸੱਚ ਦੇ ਰਸਤੇ ਤੇ ਤੁਰ ਪਿਆ। ਅੱਜ ਸੱਚ ਕਿਉਂ ਨਹੀਂ ਮਨੁੱਖ ਕਹਿ ਰਿਹਾ? ਜੇ ਕੋਈ ਸੱਚ ਕਹਿਣ ਵਾਲੇ ਨੇ, ਉਹਨਾਂ ਨੇ ਇਹ ਗੱਲ ਦਾ ਅਹਿਸਾਸ ਕਰ ਲਿਆ, ਪ੍ਰਚਾਰਕਾਂ ਨੇ, ਸਾਨੂੰ ਲੋਕਾਂ ਦਾ ਕੋਈ ਲੈਣਾ ਦੇਣਾ ਨਹੀਂ, ਕੋਈ ਸਾਡਾ ਸਤਿਕਾਰ ਕਰੇ ਭਾਵੇਂ ਕੋਈ ਸਾਨੂੰ ਗਾਲਾਂ ਕੱਢੇ, ਪਰ ਇੱਕ ਪ੍ਰਚਾਰਕ ਹੋਣ ਦੇ ਨਾਤੇ ਸਾਡਾ ਫਰਜ਼ ਹੈ ਸੱਚ ਲੋਕਾਂ ਤੱਕ, ਸੰਗਤ ਤੱਕ ਪਹੁੰਚਾਉਣਾ। ਜਿਹਨੇ ਇਹ ਨਿਸ਼ਚੈ ਕਰ ਲਿਆ ਨਾ, ਉਹੀ ਸੱਚ ਦਾ ਸੌਦਾ ਵਿਹਾਜ ਸਕੇਗਾ। ਤੇ ਜਿਹੜਾ ਹਜੇ ਵੀ ਇੱਥੇ ਖਲੋਤਾ ਹੈ, ਹਾਂ ਗੱਲ ਤੇ ਸੱਚੀ ਹੈ ਪਰ ਸੰਗਤ ਵਿੱਚ ਨਹੀਂ ਕਹਿਣੀ। ਹਾਂ ਗੱਲ ਤੇ ਸੱਚੀ ਹੈ ਪਰ ਸੰਗਤ ਨੂੰ ਨਹੀਂ ਦੱਸਣਾ। ਕੱਲ ਨੂੰ ਸੰਗਤ ਮੇਰਾ ਅਪਮਾਨ ਕਰ ਦੇਵੇ, ਨਹੀਂ। ਗੁਰਮਤ ਦੇ ਗਾਡੀ ਰਾਹ ਤੇ ਚੱਲਣ ਵਾਲਾ ਇਹਨਾਂ ਦੋਵਾਂ ਤੋਂ ਪਰੇ ਹੋ ਜਾਂਦਾ ਹੈ। ਪਰ ਸਾਹਿਬ ਕਹਿੰਦੇ ਸਾਰਾ ਸੰਸਾਰ ਇਸੇ ਹੀ ਚੱਕਰ ਦੇ ਵਿੱਚ ਫਸਿਆ ਪਿਆ ਹੈ, ਮਾਨ ਅਭਿਮਾਨ ਮੰਦਹੇ, ਕਿ ਲੋਕੀ ਮੇਰਾ ਮਾਣ ਕਰਨ, ਮੇਰਾ ਅਪਮਾਨ ਨਾ ਕਰਨ। ਮੰਦੇ ਦਾ ਅਰਥ ਫਸਿਆ ਹੋਇਆ ਹੈ। ਸਾਰਾ ਸੰਸਾਰ ਇਸੇ ਵਿਚਾਰ ਦੇ ਵਿੱਚ ਲੱਗਾ ਹੈ। ਸਭ ਕਹਿੰਦੇ ਸੋ ਸੇਵਕ ਨਾਹੀਂ, ਉਹ ਸੇਵਾਦਾਰ ਬਣ ਹੀ ਨਹੀਂ ਸਕਦਾ, ਉਹ ਪ੍ਰਮਾਤਮਾ ਦਾ ਸ਼ਾਗਿਰਦ ਭਗਤ ਬਣ ਹੀ ਨਹੀਂ ਸਕਦਾ, ਜਿਹਦੇ ਮਨ ਵਿੱਚ ਇਹ ਦੋ ਖਿਆਲ ਪੈਦਾ ਹੋਏ ਰਹਿੰਦੇ ਨੇ। ਤਤ ਸਮਦਰਸ਼ੀ ਸੰਤੋਹ ਕੋਈ ਕੋਟ ਮਦਾਹੀ। ਤਤ ਦਾ ਅਰਥ ਆ ਮੂਲ ਪ੍ਰਮਾਤਮਾ। ਸੰਸਾਰ ਦੇ ਵਿੱਚ ਜੇ ਕੋਈ ਤਤ ਦੀ ਗੱਲ ਹੈ ਤੇ ਪ੍ਰਮਾਤਮਾ ਹੈ। ਸਮਦਰਸ਼ੀ ਦਾ ਅਰਥ ਹੈ ਸਾਰਿਆਂ ਦੇ ਬਰਾਬਰ ਸਮ ਦ੍ਰਿਸ਼ਟੀ ਰੱਖਣੀ, ਜਿਸ ਦ੍ਰਿਸ਼ਟੀ ਵਿੱਚ ਕੋਈ ਮੇਰ ਤੇਰ, ਕੋਈ ਭਾਵਨਾ ਨਹੀਂ, ਈਰਖਾ ਨਫ਼ਰਤ ਦੀ। ਸੰਤੋ ਦਾ ਅਰਥ ਸੰਬੋਧਨ ਕੀਤਾ ਹੈ। ਕੋਈ ਕੋਟ ਮਦਾਹੀ, ਕੋਟ ਦਾ ਅਰਥ ਕਰੋੜਾਂ, ਮਦਾਈ ਦਾ ਅਰਥ ਹੈ ਵਿੱਚ। ਸਭ ਕਹਿੰਦੇ ਹੇ ਭਗਤ ਜਨੋ, ਸਭ ਥਾਂ ਜੇ ਜਗਤ ਦਾ ਕੋਈ ਤੱਤ ਹੈ, ਜੇ ਸੰਸਾਰ ਦਾ ਕੋਈ ਮੂਲ ਹੈ, ਤੇ ਉਹ ਪਰਮਾਤਮਾ ਹੈ। ਜਿਸ ਨੂੰ ਵੇਖਣ ਵਾਲਾ, ਜਿਹਨੂੰ ਪਰਮਾਤਮਾ ਸਾਰਿਆਂ ਦੇ ਵਿੱਚ ਵਸਦਾ ਤਤ ਨਿਰੰਕਾਰ ਨਜ਼ਰ ਆਉਣ ਲੱਗ ਪੈਂਦਾ ਹੈ,
ਜਿਹਨੂੰ ਸਾਰਿਆਂ ਦੇ ਵਿੱਚ ਵਸਦਾ ਨਿਰੰਕਾਰ ਪਰਮਾਤਮਾ ਦਿਸਣ ਲੱਗ ਪੈਂਦਾ ਹੈ। ਉਹਨੂੰ ਇਹ ਸਮਝ ਆ ਜਾਂਦੀ ਹੈ ਸਾਰੇ ਸੰਸਾਰ ਦੇ ਵਿੱਚ ਜੇ ਕੋਈ ਤੱਤ ਹੈ, ਜੇ ਕੋਈ ਮੂਲ ਹੈ, ਉਹ ਪਰਮਾਤਮਾ ਹੈ ਜੋ ਸਾਰੇ ਸੰਸਾਰ ਵਿੱਚ ਵਸਿਆ ਹੈ। ਸਭ ਕਹਿੰਦੇ ਕੋਈ ਕੋਟ ਮਦਾਹੀ ਤਤ ਸਮਦਰਸੀ। ਜਦੋਂ ਉਹਨੂੰ ਇਹ ਅਹਿਸਾਸ ਹੁੰਦਾ ਹੈ ਕਿ ਪ੍ਰਮਾਤਮਾ ਸਾਰਿਆਂ ਦੇ ਵਿੱਚ ਰਮਿਆ ਹੈ, ਸਾਰਿਆਂ ਦੇ ਵਿੱਚ ਵਸਿਆ ਹੈ, ਫਿਰ ਉਹਦੇ ਮਨ ਵਿੱਚ ਕੋਈ ਈਰਖਾ ਨਹੀਂ ਹੁੰਦੀ, ਫਿਰ ਉਹਦੀ ਨਿਗਾਹ ਸਮਦਰਸੀ ਬਣ ਜਾਂਦੀ ਹੈ। ਉਹਦੀ ਬਸ ਇਹ ਭਾਵਨਾ ਹੈ ਕਿ ਇਹ ਮੇਰੇ ਸਾਹਮਣੇ ਰੱਬ ਰੂਪ ਖਲੋਤਾ ਹੈ। ਕੌਣ ਖਲੋਤਾ ਹੈ? ਕੋਈ ਕਾਲਾ ਖਲੋਤਾ ਹੈ, ਗੋਰਾ ਖਲੋਤਾ ਹੈ, ਚਿੱਟਾ ਖਲੋਤਾ ਹੈ, ਲੰਬਾ ਖਲੋਤਾ ਹੈ, ਉੱਚਾ ਖਲੋਤਾ ਹੈ, ਕੌਣ ਖਲੋਤਾ ਹੈ, ਇਹਦੇ ਨਾਲ ਕੋਈ ਲੈਣਾ ਦੇਣਾ ਨਹੀਂ। ਬਸ ਇੰਨਾ ਪਤਾ ਹੈ ਕਿ ਰੱਬ ਰੂਪ ਹੈ, ਪਰਮਾਤਮਾ ਇਹਦੇ ਵਿੱਚ ਵਸਦਾ ਹੈ। ਜਿਹਦੀ ਇਹ ਸਮ ਦ੍ਰਿਸ਼ਟੀ ਬਣ ਜਾਂਦੀ ਹੈ, ਸਭ ਕਹਿੰਦੇ ਕੋਈ ਕੋਟ ਮਦਾਹੀ, ਕਰੋੜਾਂ ਚੋਂ ਆ ਕੋਈ ਇੱਕ। ਨਹੀਂ ਤੇ ਬਹੁਤਾਤ ਕੇਵਲ ਢਵੰਚੀ ਹੈ, ਬਹੁਤਾਤ ਤੇ ਪਖੰਡੀ ਕਰ ਰਹੇ ਨੇ, ਬਹੁਤਾਤ ਤੇ ਕੇਵਲ ਉੱਪਰੋਂ ਲੋਕ ਵਿਖਾਵਾ ਹੀ ਕਰ ਰਹੇ ਨੇ ਕਿ ਅਸੀਂ ਜਾਤ ਪਾਤ ਨਹੀਂ ਮੰਨਦੇ। ਪਰ ਜਦੋਂ ਆਪਣੇ ਤੇ ਪੈਂਦੀ ਆ ਨਾ, ਹਰ ਮਨੁੱਖ ਵਾਲ ਦਾ ਪੂਰਾ ਛਿੱਲ ਲਾਉਂਦਾ ਹੈ। ਜਿੱਥੇ ਤੱਕ ਜਾਂਦੀ ਹੈ ਪੂਰੀ ਜਾਤ ਪਾਤ ਦੀ ਪਰਖ ਕੀਤੀ ਜਾਂਦੀ ਹੈ, ਭਾਵੇਂ ਆਪਣਾ ਮੁੰਡਾ ਵਿਆਹੁਣਾ ਹੋਵੇ ਤੇ ਭਾਵੇਂ ਆਪਣੀ ਕੁੜੀ ਵਿਆਹੁਣੀ ਹੋਵੇ। ਗੁਸਤਾਖੀ ਮਾਫ। ਮਨੁੱਖ ਸਿਰਫ ਗੱਲਾਂ ਬਾਤਾਂ 'ਚ ਹੀ ਹੈ ਕਿ ਮੈਂ ਜਾਤ ਪਾਤ ਨਹੀਂ ਮੰਨਦਾ। ਸਤਿਗੁਰੂ ਜੀ ਨੇ ਜਿੱਦਣ ਖੰਡੇ ਬਾਟੇ ਦੀ ਪੌਲ ਛਕਾਈ ਸੀ ਨਾ, ਇੱਕ ਬਾਟੇ ਦੇ ਵਿੱਚ ਉਹਦਾ ਮਕਸਦ ਹੀ ਇਹ ਸੀ ਕਿ ਤੇਰੀ ਸਮਦ੍ਰਿਸ਼ਟੀ ਬਣ ਜਾਵੇ, ਤੇਰੇ ਅੰਦਰੋਂ ਮੇਰ ਤੇਰ ਮੁੱਕ ਜਾਵੇ, ਤੇਰੇ ਅੰਦਰੋਂ ਇਹ ਭਾਵਨਾਵਾਂ ਖਤਮ ਹੋ ਜਾਣ ਉੱਚੇ ਨੀਵੇਂ ਦੀਆਂ, ਅਮੀਰ ਗਰੀਬ ਦੀਆਂ। ਸਭ ਤੋਂ ਪਹਿਲਾਂ ਲੌਜੀਕਲੀ ਜੇ ਕਿਸੇ ਨੇ ਜਾਤ ਪਾਤ ਉੱਤੇ ਸੱਟ ਮਾਰੀ, ਜੇ ਕਿਸੇ ਨੇ ਸਮਦ੍ਰਿਸ਼ਟੀ ਦੀ ਗੱਲ ਕੀਤੀ, ਤੇ ਉਹ ਵਾਹਿਦ ਤੋਂ ਵਾਹਿਦ ਧੰਨ ਗੁਰੂ ਗ੍ਰੰਥ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਜੀ ਸਨ। ਅੱਜ ਵੱਖਰੀ ਗੱਲ ਹੈ ਕਿ ਅਨੇਕਾਂ ਜਮਾਤਾਂ ਖੜੀਆਂ ਹੋ ਗਈਆਂ। ਅੱਜ ਵੱਖਰੀ ਗੱਲ ਹੈ ਕਿ ਡਾਕਟਰ ਭੀਮ ਰਾਵ ਅੰਬੇਦਕਰ ਨੂੰ ਕੋਈ ਕਹਿ ਰਿਹਾ ਕਿ ਇਹੀ ਗੱਲ ਕੀਤੀ ਹੈ। ਡਾਕਟਰ ਭੀਮ ਰਾਵ ਅੰਬੇਦਕਰ ਤੇ ਕੱਲ ਆ ਕੇ ਕਹਿਣ ਲੱਗਾ, ਸਭ ਤੋਂ ਪਹਿਲਾਂ ਤੇ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਰਹੇ, ਬਾਬਾ ਕਬੀਰ ਜੀ ਕਹਿੰਦੇ ਰਹੇ, ਭਗਤ ਨਾਮਦੇਵ ਜੀ ਨੇ ਗੱਲ ਕਹੀ। ਕਿਉਂਕਿ ਜਦੋਂ ਸਮਦ੍ਰਿਸ਼ਟੀ ਬਣ ਜਾਂਦੀ ਆ ਨਾ, ਫਿਰ ਮਾਨਵਤਾ ਨਾਲ ਪ੍ਰੇਮ ਬਣ ਜਾਂਦਾ ਹੈ। ਪਰ ਸਭ ਕਹਿੰਦੇ ਵਿਰਲਾ ਹੀ ਹੈ ਇਹ ਤਾਕਤ ਰੱਖਣ ਵਾਲਾ, ਕੋਈ ਵਿਰਲਾ ਹੀ ਹੈ ਜਿਹੜਾ ਐਸਾ ਮਰਦੇ ਕਾਮਲ ਹੈ ਇਹ ਸੱਚ ਕਹਿ ਦਵੇ। ਨਹੀਂ ਤੇ ਦੁਨੀਆ ਤੇ ਇਸੇ ਚੱਕਰ 'ਚ ਹੈ ਕਿ ਮੇਰਾ ਅਪਮਾਨ ਨਾ ਹੋ ਜਾਵੇ, ਮੂੰਹ ਦੇ ਉੱਤੇ ਤਾਲਾ ਲਾ ਕੇ ਬੈਠੀ ਹੈ, ਚੁੱਪ ਹੋ ਕੇ ਬੈਠੀ ਹੈ। ਕਹਿਨ ਕਹਾਵਣ ਇਹੋ ਕੀਰਤ ਕਰਲਾ। ਕੀਰਤ ਦਾ ਅਰਥ ਹੁੰਦਾ ਹੈ ਸ਼ੋਭਾ, ਵਡਿਆਈ। ਕਰਲਾ ਦਾ ਅਰਥ ਹੈ ਰਸਤਾ, ਰਾਹ, ਪਾਥ, ਵੇ। ਸਾਹਿਬ ਜੀ ਬੜੇ ਪਿਆਰੇ ਬਚਨ ਕਹਿ ਰਹੇ, ਕਹਿੰਦੇ ਗਿਆਨ ਆਦਿਕ ਦੀਆਂ ਗੱਲਾਂ ਨਿਰੀਆਂ ਆਖਣੀਆਂ ਜਾਂ ਅਖਵਾਉਣੀਆਂ, ਇਹ ਰਸਤਾ ਹੈ ਦੁਨੀਆ ਤੋਂ ਸ਼ੋਭਾ ਖੱਟਣ ਦਾ। ਕਮਾਲ ਦੇ ਬਚਨ ਨੇ, ਕਿਵਾੜੀ ਖੋਲ ਦਿੱਤੇ ਨੇ ਮੇਰੇ ਵਰਗੇ ਪ੍ਰਚਾਰਕਾਂ ਦੇ। ਅੱਜ ਤਮਾਮ ਸੰਸਾਰ ਇਹੀ ਹੈ, ਅਸੀਂ ਵੀ ਵਿੱਚ ਹੀ ਹਾਂ। ਸਿਰਫ ਮੂੰਹ ਤੋਂ ਭਾਰੀਆਂ ਵੱਡੀਆਂ ਗੱਲਾਂ ਇਸ ਕਰਕੇ ਕਹੀਆਂ ਜਾ ਰਹੀਆਂ ਨੇ ਕਿ ਲੋਕੀ ਸਾਨੂੰ ਕਹਿਣ ਵਾਹ ਕਿਆ ਖੂਬ ਗਾਵਤ ਹੈ, ਕਿੱਡਾ ਸੋਹਣਾ ਬੋਲਦਾ ਹੈ। ਤੇ ਜਦੋਂ ਬੋਲਣ ਦਾ ਮੌਕਾ ਆਉਂਦਾ ਹੈ ਉਦੋਂ ਸੱਪ ਸੁੰਘ ਜਾਂਦਾ ਹੈ। ਸਭ ਕਹਿੰਦੇ ਗਿਆਨ ਦੀਆਂ ਵੱਡੀਆਂ ਗੱਲਾਂ ਕਰਨੀਆਂ, ਆਖਣੀਆਂ ਤੇ ਅਖਵਾਉਣੀਆਂ, ਇਹ ਫੋਕਰੀਆਂ ਨੇ, ਕਿਉਂਕਿ ਅੰਦਰ ਨਹੀਂ ਜੀਵਨ 'ਚ ਹੈਗੀਆਂ। ਸੱਚ ਨਾਲ ਤੇ ਕਦੀ ਖੜਦਾ ਨਹੀਂ। ਕਿਤੇ ਮਨੁੱਖ ਦਾ ਸੱਚ ਨਾਲ ਖੜਨਾ ਪੈ ਜਾਵੇ, ਕਿੰਨੇ ਕੁ ਪ੍ਰਚਾਰਕ ਨੇ ਖੜਨਗੇ ਆ ਕੇ। ਉਦੋਂ ਪਤਾ ਲੱਗਦਾ ਨਾ ਜਦੋਂ ਸੱਚ ਨਾਲ ਖਲੋਣਾ ਪੈਂਦਾ। ਗੱਲਾਂ ਤੇ ਕਰਨੀਆਂ ਬਹੁਤ ਸੌਖੀਆਂ ਨੇ। ਮੈਂ ਇੱਕ ਬੇਨਤੀ ਕਰਾਂ, ਚਿੱਟੇ ਕੱਪੜਿਆਂ ਵਾਲਿਆਂ ਨੇ ਅੱਜ ਤੱਕ ਕਦੀ ਸ਼ਹਾਦਤ ਨਹੀਂ ਦਿੱਤੀ। ਗੁਰੂ ਦੀ ਮੱਤ ਤੇ ਜਿਹੜੇ ਤੁਰੇ, ਜਿਨ੍ਹਾਂ ਨੇ ਅੰਦਰੋਂ ਬਾਹਰੋਂ ਇੱਕ ਹੋ ਗਏ, ਉਹੀ ਵਾਰਨੇ ਬਲਿਹਾਰਨੇ ਗੁਰੂ ਤੋਂ ਗਏ। ਇੱਕ ਵੀ ਸਾਧ, ਇੱਕ ਵੀ ਸੰਤ ਜਿਹੜਾ ਅੱਜ ਪਖੰਡੀਆਂ ਦੀਆਂ ਕੁਰਸੀਆਂ ਤੇ ਬੈਠੇ ਨੇ, ਇਹਨਾਂ ਨੂੰ ਕਿਤੇ ਪੁੱਛ ਕੇ ਵੇਖ ਲਓ ਕਿਸੇ ਨੇ ਕੁਰਬਾਨੀ ਦਿੱਤੀ ਹੋਵੇ। ਤੇ ਸਾਧਾਂ ਦੀਆਂ ਬਰਸੀਆਂ, ਸਾਧਾਂ ਦੀਆਂ ਜਨਮਾਸ਼ਟਮੀਆਂ ਇਹ ਗੁਰਦੁਆਰਿਆਂ ਦੇ ਵਿੱਚ ਮਨਾਈਆਂ ਜਾਂਦੀਆਂ। ਭਾਈ ਕਾਹਨ ਸਿੰਘ ਨਾਭੇ ਵਰਗੇ, ਬਾਬਾ ਗੁਰਦਿੱਤ ਸਿੰਘ ਵਰਗੇ, ਭਾਈ ਗੁਰਮੁਖ ਸਿੰਘ ਵਰਗੇ, ਇਹਨਾਂ ਦੇ ਤੇ ਕਦੀ ਯਾਦ ਦਿਹਾੜੇ ਮਨਾਏ ਨਹੀਂ ਅਸੀਂ ਗੁਰਦੁਆਰਿਆਂ 'ਚ। ਜਿਨ੍ਹਾਂ ਨੇ ਸਾਡੇ ਵਾਸਤੇ ਸਾਨੂੰ ਇਤਿਹਾਸ ਦਿੱਤਾ, ਸੋਚ ਦਿੱਤੀ, ਸਮਝ ਦਿੱਤੀ, ਉਹਨਾਂ ਨੂੰ ਤੇ ਕਦੀ ਯਾਦ ਹੀ ਨਹੀਂ ਕੀਤਾ। ਬਰਸੀਆਂ ਤੋਂ ਹੀ ਵੇਲ ਮਿਲੇ ਗੁਰਦੁਆਰਿਆਂ ਵਿੱਚ ਤੇ ਅੱਗੇ ਤੁਰੀਏ। ਅਸੀਂ ਤੇ ਗੁਰੂਆਂ ਦੀਆਂ ਜਨਮ ਪੁਰਬ ਜਿਹੜੇ ਨੇ ਗੁਰੂ ਨਾਨਕ ਸਾਹਿਬ ਜੀ ਦਾ ਮਨਾ ਲਿਆ,
ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਪੁਰਬ ਮਨਾ ਲਿਆ ਤੇ ਗੁਰੂ ਗੋਬਿੰਦ ਸਿੰਘ ਦਾ ਮਨਾ ਲਿਆ, ਬਾਕੀ ਕਿਹਨਾਂ ਨੇ ਮਨਾਉਣੇ ਆ? ਬਾਕੀ ਅਸੀਂ ਕੌਣ ਮਨਾਈਏ? ਸਾਡੇ ਬੱਚਿਆਂ ਨੂੰ ਗੁਰੂ ਨਾਨਕ ਸਾਹਿਬ ਦਾ ਤੇ ਪੁਰਬ ਚੇਤੇ ਹੈ, ਮੁਬਾਰਕ ਆ, ਪਰ ਬਾਕੀਆਂ ਦੇ ਕਿੱਥੇ ਗਏ? ਸ਼ਹੀਦੀ ਪੁਰਬ ਅਸੀਂ ਜੇ ਮਨਾਉਣ ਲੱਗੀਏ ਨਾ, ਸ਼ਹੀਦੀ ਪੁਰਬ ਵੀ ਮਨਾਉਣ ਲੱਗ ਪਈਏ, ਸ਼ਹੀਦੀਆਂ ਕੋਈ ਐਤਵਾਰ ਖਾਲੀ ਨਾ ਜਾਵੇ ਗੁਰਦੁਆਰੇ ਵਿੱਚ, ਜਿੰਨੀਆਂ ਸਾਡੇ ਕੋਲ ਸ਼ਹੀਦ ਸਿੰਘਾਂ ਦੀਆਂ ਕੁਰਬਾਨੀਆਂ ਨੇ। ਪਰ ਸਾਡੀ ਜ਼ਿੰਦਗੀ ਤੇ ਸਿਰਫ ਨਿਰੀਆਂ ਫੋਕੀਆਂ ਗੱਲਾਂ ਮਾਰਨ ਤੇ ਹੈ, ਫੋਕਰੀਆਂ ਮਾਰਨ ਤੇ ਹੈ। ਮੈਂ ਕਹੂੰਗਾ ਸਭ ਕਹਿੰਦੇ ਕਹਿਣ ਕਹਾਵਨ ਇਹੋ ਕੀਰਤ ਕਰ ਲਾ, ਕਹਿੰਦੇ ਗਿਆਨ ਆਦਿਕ ਦੀਆਂ ਗੱਲਾਂ ਨਿਰੀਆਂ ਆਖੜੀਆਂ ਤੇ ਅਖਵਾਉਣੀਆਂ, ਇਹ ਰਸਤਾ ਹੈ ਕਾਹਦੇ ਵਾਸਤੇ? ਦੁਨੀਆ ਤੋਂ ਸੋਭਾ ਖੱਟਣ ਦਾ। ਦੁਨੀਆ ਮੈਨੂੰ ਮਾਣ ਦਵੇ, ਸੋਭਾ ਦਵੇ, ਕਿੰਨੀਆਂ ਸੋਹਣੀਆਂ ਗੱਲਾਂ ਕਰਦਾ ਹੈ, ਪਰ ਜੀਵਨ ਚੋਂ ਨਜ਼ਰ ਨਹੀਂ ਆਉਂਦੀਆਂ। ਕਥਨ ਕਹਿਣ ਤੇ ਮੁਕਤਾ, ਗੁਰਮੁਖ ਕੋਈ ਵਿਰਲਾ। ਵਾਹਿਗੁਰੂ ਸਾਹਿਬ ਕਹਿੰਦੇ ਜਿਹੜੇ ਗੁਰੂ ਦੀ ਮੱਤ ਤੇ ਚੱਲਣ ਵਾਲੇ ਆ ਨਾ, ਉਹ ਕਹਿੰਦੇ ਨਹੀਂ। ਵਾਹਿਗੁਰੂ ਉਹ ਕਹਿੰਦੇ ਨਹੀਂ, ਉਹਨਾਂ ਨੂੰ ਬੋਲਣ ਦੀ ਲੋੜ ਨਹੀਂ ਪੈਂਦੀ। ਉਹਨਾਂ ਦਾ ਇਹ ਨਹੀਂ ਕਿ ਉਹ ਕਥਨੀ ਕਰ ਰਹੇ ਨੇ ਪਰ ਰਹਿਤ ਨਹੀਂ। ਅੱਜ ਕਥਨੀ ਕਰਦੇ ਆ ਪਰ ਰਹਿਤ ਨਹੀਂ ਹੈਗੀ। ਪਰ ਜਿਹੜਾ ਗੁਰੂ ਦੀ ਮੱਤ ਤੇ ਚੱਲਣ ਵਾਲਾ ਗੁਰੂ ਦਾ ਸਿੱਖ ਆ ਨਾ, ਜੋ ਗੁਰੂ ਦੇ ਸਨਮੁਖ ਆ, ਸਭ ਕਹਿੰਦੇ ਕਥਨ ਕਹਿਣ ਤੇ ਮੁਕਤਾ। ਗੁਰੂ ਜੀ ਦੀ ਸ਼ਰਨ ਵਿੱਚ ਰਹਿਣ ਵਾਲਾ, ਗੁਰੂ ਦੀ ਮੱਤ ਤੇ ਚੱਲਣ ਵਾਲਾ ਕੋਈ ਵਿਰਲਾ ਹੀ ਮਨੁੱਖ ਹੈ ਜੋ ਗਿਆਨ ਦੀਆਂ ਗੱਲਾਂ ਜ਼ਬਾਨੀ ਕਲਾਮੀ ਨਹੀਂ ਕਰਦਾ। ਉਹ ਇਹਨਾਂ ਸਾਰੀਆਂ ਗੱਲਾਂ ਤੋਂ ਆਜ਼ਾਦ ਆ, ਕਿਉਂਕਿ ਉਹਦੇ ਅੰਦਰ ਗੁਰਮਤਿ ਵਸਦੀ ਹੈ। ਉਹਨੇ ਆਪਣੇ ਆਪ ਨੂੰ ਸਵਾਰਿਆ ਹੈ। ਉਹ ਆਪ ਇਸ ਗੱਲ ਨੂੰ ਸਮਝ ਚੁੱਕੇ ਹੈ ਕਿ ਗੁਰੂ ਦੀ ਮੱਤ ਕੀ ਹੈ। ਉਹਨੂੰ ਬਹੁਤੀਆਂ ਕਹਾਣੀਆਂ ਕਥਾਵਾਂ ਕਰਨ ਦੀ ਲੋੜ ਨਹੀਂ। ਕਥਨ ਕਹਿਣ ਤੇ ਮੁਕਤਾ, ਗੁਰਮੁਖ ਕੋਈ ਵਿਰਲਾ। ਸਭ ਕਹਿੰਦੇ ਪਰ ਕੋਈ ਵਿਰਲਾ ਹੀ ਗੁਰਮੁਖ ਹੈ ਜਿਹਦੇ ਅੰਦਰ ਇਹ ਸੱਚ ਵਸ ਗਿਆ ਹੈ। ਗਤ ਅਵਗਤ ਕਛ ਨਦਰ ਨਾ ਆਇਆ। ਗਤ ਦਾ ਅਰਥ ਹੈ ਮੁਕਤੀ, ਅਵਗਤ ਦਾ ਅਰਥ ਹੈ ਮੁਕਤੀ ਦੇ ਉਲਟ ਦੀ ਹਾਲਤ। ਸਭ ਕਹਿੰਦੇ ਜਿਹਨੂੰ ਗੁਰੂ ਦੀ ਮੱਤ ਸਮਝ ਆ ਗਈ ਨਾ, ਗੁਰੂ ਦੇ ਰਸਤੇ ਤੁਰ ਪਿਆ, ਉਹਦਾ ਇਹਦੇ ਵੱਲ ਕੋਈ ਧਿਆਨ ਨਹੀਂ ਕਿ ਮੈਨੂੰ ਮੁਕਤੀ ਮਿਲੇ ਜੇ ਨਾ ਮਿਲੇ। ਕਿੰਨੇ ਬਚਨ ਨੇ ਸ਼੍ਰੀ ਰਾਗ ਦੇ, ਆ ਜਿਹੜੇ ਅੱਜ ਕਹਿੰਦੇ ਨੇ ਵੀ ਮੁਕਤੀ ਮਿਲੂਗੀ ਅੱਗੇ ਜਾ ਕੇ, ਅੱਗੇ ਬੈਠਾ ਹੈ ਧਰਮਰਾਜ, ਅੱਗੇ ਫਲਾਨਾ ਬੈਠਾ ਹੈ, ਆਹ ਬਚਨ ਸਾਫ਼ ਕਲੀਅਰ ਕਰ ਰਿਹਾ ਹੈ। ਸਭ ਕਹਿੰਦੇ ਜਿਹੜਾ ਗੁਰੂ ਦੀ ਮੱਤ ਤੇ ਚੱਲਣ ਵਾਲਾ ਭਗਤ ਆ ਨਾ, ਗੁਰੂ ਦੇ ਹੁਕਮ ਨੂੰ ਅਪਣਾਉਣ ਵਾਲਾ ਹੈ, ਉਹਦਾ ਕੋਈ ਲੈਣਾ ਦੇਣਾ ਨਹੀਂ ਮੁਕਤੀ ਦੇ ਨਾਲ, ਉਹਦਾ ਲੈਣਾ ਦੇਣਾ ਕੋਈ ਨਹੀਂ। ਗੜਸ਼ੰਕਰ ਦੀ ਧਰਤੀ ਤੇ ਭਾਈ ਤਿਲਕਾ ਜੀ ਰਹਿੰਦੇ ਸਨ। ਇੱਥੇ ਹੀ ਇੱਕ ਬ੍ਰਾਹਮਣ ਰਹਿੰਦਾ ਸੀ, ਜੋਗੀ ਸੀ। ਉਹਨੇ ਇੱਕ ਦਿਨ ਇਹ ਪਖੰਡ ਪਾ ਦਿੱਤਾ ਕਿ ਮੈਨੂੰ ਸ਼ਿਵਪੁਰੀ ਦੇ ਦਰਸ਼ਨ ਹੋਏ ਨੇ ਤੇ ਸ਼ਿਵ ਜੀ ਕਹਿੰਦੇ ਭਾਈ ਜਿਹੜਾ ਤੇਰੇ ਦਰਸ਼ਨ ਕਰੂਗਾ ਨਾ ਉਹ ਮੁਕਤ ਹੋ ਜਾਵੇਗਾ। ਬੜੀ ਭੇਡ ਚਾਲ ਵਿੱਚ ਦੁਨੀਆ ਆ ਗਈ, ਮੱਥੇ ਟੇਕੀ ਜਾਵੇ, ਲੋਕੀ ਪੂਜੀ ਜਾਣ। ਹੁਣ ਜੋਗੀ ਦਾ ਧਿਆਨ ਹੈ, ਕਿਉਂਕਿ ਸ਼ਹਿਰ ਦਾ ਸ਼ਰਮੌਰ ਪ੍ਰਚਾਰਕ ਹੈ ਭਾਈ ਤਿਲਕਾ ਜੀ, ਇਹ ਕਿਉਂ ਨਹੀਂ ਆਇਆ? ਕਿਉਂਕਿ ਜੇ ਤਿਲਕਾ ਜੀ ਆ ਜਾਣ ਤੇ ਉਹ ਜਸਟੀਫਾਈ ਹੋ ਜਾਵੇਗਾ ਇਹਦਾ ਇਹ ਪਖੰਡ। ਹੁਣ ਤਿਲਕਾ ਜੀ ਪਹੁੰਚੇ ਕੋਈ ਨਾ। ਆਖਰਕਾਰ ਇਹ ਆਪ ਉੱਠਿਆ ਤੇ ਤਿਲਕਾ ਜੀ ਦੇ ਕੋਲ ਚਲਾ ਗਿਆ। ਕਹਿੰਦੇ ਅਸੀਂ ਤੈਨੂੰ ਆਪ ਦਰਸ਼ਨ ਦੇਣ ਆਏ ਆ, ਤੈਨੂੰ ਮੁਕਤ ਕਰਨ ਆਏ ਆ। ਭਾਈ ਤਿਲਕਾ ਜੀ ਨੇ ਦਰਵਾਜ਼ਾ ਬੰਦ ਕਰ ਦਿੱਤਾ। ਕਹਿੰਦੇ ਓਏ ਅਸੀਂ ਬੇਮੁਖ ਦੇ ਦਰਸ਼ਨ ਨਹੀਂ ਕਰਦੇ, ਤੇ ਜਿਹੜੀਆਂ ਗੱਲਾਂ ਤੋਂ ਮੁਕਤੀਆਂ ਦੀ ਕਰ ਰਿਹਾ ਨਾ, ਸਾਡਾ ਕੋਈ ਮੁਕਤੀ ਸ਼ੁਕਤੀ ਨਾਲ ਕੋਈ ਲੈਣਾ ਦੇਣਾ ਨਹੀਂ। ਇਹ ਤੂੰ ਆਪਣੇ ਘਰ ਸੰਭਾਲ ਕੇ ਰੱਖ। ਅਸੀਂ ਤੇ ਆਪਣੇ ਗੁਰੂ ਦੇ ਦੱਸੇ ਰਾਹ ਤੇ ਉਹਦੇ ਹੁਕਮ ਨੂੰ ਫੋਲੋ ਕਰਦੇ ਹਾਂ, ਉਹਦੀ ਮੱਤ ਤੇ ਚੱਲਦੇ ਹਾਂ, ਤੇ ਅਸੀਂ ਉਦਣ ਹੀ ਮੁਕਤ ਹੋ ਗਏ ਹਾਂ ਜਿੱਦਣ ਅਸੀਂ ਗੁਰੂ ਦੇ ਦੱਸੇ ਰਾਹ ਤੇ ਚੱਲ ਕੇ ਇਹਨਾਂ ਪਖੰਡਾਂ ਨੂੰ, ਇਹਨਾਂ ਕਰਮ ਕਾਂਡਾਂ ਨੂੰ, ਇਹਨਾਂ ਸ਼ਿਵਪੁਰੀਆਂ ਨੂੰ ਅਸੀਂ ਛੱਡ ਦਿੱਤਾ ਹੈ। ਸਾਡੇ ਵਾਸਤੇ ਸਾਡੀ ਗੁਰੂ ਦੀ ਬਾਣੀ, ਗੁਰੂ ਦੇ ਬਚਨਾਂ ਤੇ ਚੱਲਣਾ ਹੀ ਮੁਕਤੀ ਹੈ। ਹੁਣ ਇਹ ਗੱਲ ਸਮਝ ਆ ਜਾਵੇ ਨਾ ਸਾਨੂੰ, ਤੇ ਸਾਡੀ ਜ਼ਿੰਦਗੀ ਦਾ ਪਾਰ ਉਤਾਰਾ ਹੋ ਜਾਵੇ। ਤੋ ਸਾਹਿਬ ਕਹਿੰਦੇ ਗਤ ਅਵਗਤ ਕਛ ਨਦਰ ਨਾ ਆਇਆ। ਗੁਰੂ ਦੀ ਮੱਤ ਤੇ ਚੱਲਣ ਵਾਲੇ ਭਗਤ ਨੂੰ ਇਹ ਬਿਲਕੁਲ ਵੀ ਧਿਆਨ 'ਚ ਨਹੀਂ ਹੁੰਦਾ ਕਿ ਮੁਕਤੀ ਕੀ ਹੈ ਤੇ ਨਾ ਮੁਕਤੀ ਕੀ ਹੈ, ਅਮੁਕਤੀ ਕੀ ਹੈ ਤੇ ਮੁਕਤੀ ਕੀ ਹੈ। ਉਹ ਤੇ ਬਸ ਗੁਰੂ ਦੇ ਦੱਸੇ ਰਾਹ ਤੇ ਚੱਲਦਾ ਹੈ। ਸੰਤਨ ਕੀ ਰੇਣ ਨਾਨਕ ਦਾਨ ਪਾਇਆ। ਰੇਣ ਦਾ ਅਰਥ ਹੈ ਚਰਨ ਧੂੜ।
सतगुरु दी माते चल के। संतन कौन है? गुरु ग्रंथ साहब, सतगुरु का शब्द। संतन की रेण है, शब्द चों निकलिया गुरु का ज्ञान। सतगुरु दे ज्ञान नूं नानक जी आखदे मैं दान रूप दे विच प्राप्त कर लिया है। हुण हर थां परमात्मा दिसदा है, ਉਹਦੀ याद विच ਇਹ मन जुड़दा है। हुण ਇਹ जीवन दे विचों ख्याल मिट गए ने लोकी की कहणगे। हुण मान अपमान सब छड़ दिता है। हुण ते एक ही आवा जीवन है कि तेरे वर्गा बनना है, भगत तेरे वर्गा चाहिदा है। हुण तेरे हुक्म ते चलिया जा रहा है। किसे नाल कोई ईरखा नहीं रही, कोई नफरत नहीं रही, कोई जीवन दे विच मैल नहीं रही। हुण क्योंकि तेरा नाम नाल है। हुण कोई मुक्ति की तमन्ना नहीं, कोई कर्म कांड, कोई पखंडां की लालसा नहीं। हुण सच दे रस्ते ते जीवन तुरे है, क्योंकि तू दिलां दियां जानदा है, सब कुछ तैनूं पता है। तो फिर अरदास है तेरी रज़ा ते भाणे विच तुरिया जावे। ये गल जिद्दन समझ आ गई ना, असीं जीवन मुक्त हो जावांगे। सो अज दे शब्दां दे विच मेरे ख्याल दे विच साडे कई सवालां दे जवाब सतगुरु जी ने दिते ने। सानू जे समझ आ जाए तो बड़ी वड्डी गल है। ये रोज़ाना गुरबाणी विचार करन दा मतलब ही ये है कि सानू गुरमत दा रस्ता नज़र आवे ते असीं बिना लोकां दी परवाह करदिआं गुरु दे दसे राह ते तुरीए, गुरु दे हुक्म नूं फॉलो करिए। तां ही होणगे लोक सुखीए, परलोक सुहेले, नानक घर प्रभापे मेले। पुल गलती दी खिमा। वाहिगुरू जी का खालसा, वाहिगुरू जी की